बहुत ही प्यारे बच्चों, मैं हरजीत सिंह साइंस मास्टर सरकारी सीनियर सैकेंडरी स्कूल विरकला ਜ਼ਿਲ੍ਹਾ ਬਠਿੰਡਾ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਅਧਿਆਇ 12 ਰਗੜ। ਰਗੜ ਕੀ ਹੁੰਦੀ ਹੈ, ਇਹ ਕਿਸ ਤਰ੍ਹਾਂ ਨੁਕਸਾਨਦੇਹ ਹੈ, ਕੀ ਇਹਦੇ ਫਾਇਦੇ ਆ, ਆਪਾਂ ਇਹਦੇ ਬਾਰੇ ਅੱਜ ਸਾਰਾ ਕੁਝ ਡਿਟੇਲ ਡਿਸਕਸ ਕਰਾਂਗੇ। ਰਗੜ ਕਿੱਥੇ ਕਿੱਥੇ ਲੱਗਦੀ ਹੈ, ਕੀ ਕਾਰਨ ਹੈ ਇਹਦੇ। ਹਾਂ, ਪਹਿਲਾਂ ਸੋਚੋ ਅਜਿਹਾ ਕਿਉਂ ਹੁੰਦਾ ਹੈ। ਫਰਸ਼ ਤੇ ਰਿੜਦੀ ਗੇਂਦ ਆਪਣੇ ਆਪ ਕਿਉਂ ਰੁਕ ਜਾਂਦੀ ਹੈ। ਜੋ ਕੋਈ ਗੇਂਦ ਫਰਸ਼ ਤੇ ਰੁੜ ਰਹੀ ਹੈ ਤਾਂ ਕੀ ਆ ਆਪਣੇ ਆਪ ਹੀ ਰੁਕ ਜਾਂਦੀ ਹੈ ਕੁਝ ਦੇਰ ਚੱਲਣ ਤੋਂ ਬਾਅਦ। ਜਾਂ ਜੇਕਰ ਆਪਾਂ ਸਾਈਕਲ ਚਲਾ ਰਹੇ ਹਾਂ ਤਾਂ ਆਪਾਂ ਕੁਝ ਦੇਰ ਪੈਡਲ ਮਾਰਨੇ ਬੰਦ ਵੀ ਕਰ ਦਿੰਦੇ ਹਾਂ ਤਾਂ ਕੁਝ ਦੂਰ ਤੱਕ ਸਾਈਕਲ ਰੁੜਨ ਤੋਂ ਬਾਅਦ ਆਪਣੇ ਆਪ ਉਹ ਵੀ ਰੁਕ ਜਾਂਦਾ ਹੈ। ਮੁਲਾਇਮ ਜਾਂ ਗਿੱਲੇ ਫਰਸ਼ ਤੇ ਚੱਲਣ ਦੀ ਦਿੱਕਤ ਕਿਉਂ ਆਉਂਦੀ ਹੈ। ਤੁਸੀਂ ਫੋਟੋ ਦੇਖ ਰਹੇ ਹੋ, ਇਹਦੇ ਵਿੱਚ ਕੀ ਹੈ, ਇੱਕ ਬੱਚਾ ਕੇਲੇ ਦੇ ਛਿਲਕੇ ਤੋਂ ਕੀ ਆ ਤਿਲਸ ਕੇ ਡਿੱਗ ਪੈਂਦਾ ਹੈ। ਅਜਿਹਾ ਕਿਉਂ ਹੁੰਦਾ ਹੈ। ਕੋਈ ਵਾਹਨ ਬਿਨਾਂ ਕਿਸੇ ਬਾਹਰੀ ਬਲ ਦੇ ਹੌਲੀ ਕਿਉਂ ਹੋ ਜਾਂਦਾ ਹੈ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਸਾਈਕਲ ਤੇ ਪੈਡਲ ਮਾਰਨੇ ਆਪਾਂ ਜੇ ਬੰਦ ਕਰ ਦਿੰਦੇ ਆ ਤਾਂ ਕੀ ਆ ਹੌਲੀ ਹੌਲੀ ਰੁਕ ਕਿਉਂ ਜਾਂਦਾ ਹੈ। ਜਦੋਂ ਕਿ ਉਸ 'ਤੇ ਕੋਈ ਵੀ ਬਾਹਰੀ ਬਲ ਕਿਰਿਆ ਨਹੀਂ ਕਰ ਰਿਹਾ ਹੁੰਦਾ, ਆਪਾਂ ਨੂੰ ਲੱਗਦਾ ਵੀ ਆਪਾਂ ਕੋਈ ਬਾਹਰੋਂ ਕੋਈ ਬਲ ਉੱਤੇ ਨਹੀਂ ਲਗਾਇਆ, ਪਰ ਫਿਰ ਵੀ ਕੀ ਆ ਉਹ ਰੁਕ ਗਿਆ। ਕਦੇ ਸੋਚਿਆ ਹੈ ਅਜਿਹਾ ਕਿਉਂ ਹੁੰਦਾ ਹੈ। ਸੋਚੋ ਵੀ ਇਹ ਕਿਉਂ ਹੁੰਦਾ ਹੈ, ਕੀ ਕਾਰਨ ਹੈ, ਕਿਹੜਾ ਬਲ ਇੱਥੇ ਕਿਰਿਆ ਕਰ ਰਿਹਾ ਹੈ। ਤਾਂ ਤੁਹਾਨੂੰ ਬੜੀ ਜਾਣ ਕੇ ਹੈਰਾਨੀ ਹੋਵੇਗੀ ਉਹ ਬਲ ਕਿਹੜਾ ਹੈ, ਉਹ ਹੈ ਰਗੜ ਬਲ। ਹੁਣ ਆਪਾਂ ਇੱਕ ਹੋਰ ਉਦਾਹਰਨ ਲੈਂਦੇ ਹਾਂ ਜਿਸ ਵਿੱਚ ਕੀ ਆਪਾਂ ਮੇਜ਼ 'ਤੇ ਕਿਤਾਬ ਰੱਖੀ ਹੈ। ਆਪਾਂ ਮੇਜ਼ 'ਤੇ ਕੀ ਹੈ, ਇੱਕ ਕਿਤਾਬ ਰੱਖੀ ਹੈ। ਪਹਿਲੇ ਭਾਗ 'ਚ ਕੀ ਕਰ ਰਹੇ ਹਾਂ, ਆਪਾਂ ਕਿਤਾਬ ਨੂੰ ਧੱਕ ਰਹੇ ਹਾਂ। ਹੌਲੀ ਜਿਹੀ ਕਿਤਾਬ ਨੂੰ ਧੱਕੋ। ਤੁਸੀਂ ਕੀ ਵੇਖਿਆ, ਕਿਤਾਬ ਨੂੰ ਧੱਕਣ ਨਾਲ ਕੀ ਹੋਏਗਾ, ਕਿਤਾਬ ਕੁਛ ਦੂਰੀ 'ਤੇ ਜਾ ਕੇ ਕੀ ਆ ਰੁਕ ਜਾਏਗੀ। ਇਸ ਨੂੰ ਆਪਾਂ ਹੁਣ ਪਹਿਲਾਂ ਆਪਾਂ ਇੱਕ ਪਾਸੇ ਬਲ ਲਗਾਇਆ ਹੈਗਾ, ਹੁਣ ਆਪਾਂ ਇਹਦੇ ਦੂਜੇ ਪਾਸੇ ਬਲ ਲਗਾ ਕੇ ਵੀ ਚੈੱਕ ਕਰ ਸਕਦੇ ਹਾਂ। ਜਦੋਂ ਅਸੀਂ ਦੂਜੇ ਪਾਸੇ ਬਲ ਲਾਉਣੇ ਆ ਤਾਂ ਵੀ ਕੀ ਹੋਊਗਾ, ਜਦੋਂ ਬਲ ਲੱਗੂਗਾ ਤਾਂ ਕੁਝ ਦੂਰ ਜਾ ਕੇ ਬਲ ਵਸਤੂ ਕੀ ਆ ਰੁਕ ਜਾਊਗੀ। ਕੀ ਤੁਸੀਂ ਸੋਚਿਆ ਵੀ ਕਿਉਂ ਹੋਇਆ, ਅਜਿਹਾ ਕੀ ਕਾਰਨ ਹੈ। ਅਜਿਹਾ ਕੀ ਹੈ, ਇੱਕ ਹੋਰ ਬਲ ਉਹ ਕਿਤਾਬ 'ਤੇ ਕਿਰਿਆ ਕਰ ਰਿਹਾ ਹੈ ਜੋ ਕਿ ਵਸਤੂ ਦੀ ਗਤੀ ਦਾ ਕੀ ਹੈ ਵਿਰੋਧ ਕਰ ਰਿਹਾ ਹੈ। ਵਸਤੂ ਗਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਉਲਟ ਡਾਇਰੈਕਸ਼ਨ ਉਲਟ ਦਿਸ਼ਾ ਵਿੱਚ ਇੱਕ ਹੋਰ ਬਲ ਲੱਗ ਰਿਹਾ ਹੈ ਜਿਹੜਾ ਕਿ ਕਿਤਾਬ ਦੀ ਜਾਂ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ। ਜਿਹੜਾ ਬਲ ਜੋ ਕਿ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ, ਅਜਿਹੇ ਬਲ ਨੂੰ ਆਪਾਂ ਕੀ ਕਹਿੰਦੇ ਆ, ਰਗੜ ਬਲ। ਅਜਿਹੇ ਬਲ ਨੂੰ ਕੀ ਕਿਹਾ ਜਾਂਦਾ ਹੈ, ਰਗੜ ਬਲ। ਫਿਰ ਤੁਹਾਨੂੰ ਕਲੀਅਰ ਹੋ ਗਿਆ ਰਗੜ ਬਲ ਕੀ ਕਰਦਾ ਹੈਗਾ। ਤੁਸੀਂ ਕੀ ਵੇਖਿਆ, ਜੋ ਆਪਾਂ ਵਸਤੂ 'ਤੇ ਬਲ ਲਾਉਣੇ ਆ, ਜੇ ਆਪਾਂ ਖੱਬੇ ਪਾਸਿਓਂ ਬਲ ਲਾਇਆ ਤਾਂ ਉਹ ਸੱਜੇ ਪਾਸੇ ਐਕਟ ਕਰੂਗਾ, ਜੇ ਆਪਾਂ ਸੱਜੇ ਪਾਸੇ ਬਲ ਲਾਇਆ ਤਾਂ ਕੀ ਆ ਉਹ ਖੱਬੇ ਪਾਸੇ ਐਕਟ ਕਰੂਗਾ। ਇਹਦਾ ਮਤਲਬ ਕੀ ਆ ਵੀ ਰਗੜ ਬਲ ਜੋ ਹੈ ਹਮੇਸ਼ਾ ਕੀ ਕਰਦਾ ਹੈਗਾ, ਗਤੀ ਦੇ ਉਲਟ ਦਿਸ਼ਾ ਵਿੱਚ ਕੀ ਆ ਉਹ ਕੰਮ ਕਰਦਾ ਹੈ। ਉਸ ਨੂੰ ਆਪਾਂ ਰਗੜ ਬਲ ਕਹਿੰਦੇ ਹਾਂ। ਇਸ ਲਈ ਆਪਾਂ ਹੋਰ ਵੀ ਉਦਾਹਰਨਾਂ ਲੈ ਕੇ ਕਿਰਿਆਵਾਂ ਕਰ ਸਕਦੇ ਹਾਂ। ਰਗੜ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਚੈੱਕ ਕਰਦੇ ਹਨ ਆਪਾਂ, ਕਿਹੜੇ ਕਿਹੜੇ ਕਾਰਕ ਕੀ ਆ ਰਗੜ ਨੂੰ ਪ੍ਰਭਾਵਿਤ ਕਰਦੇ ਹਨ। ਹੁਣ ਇਹਦੇ ਲਈ ਕੀ ਆ, ਆਪਾਂ ਕਿਰਿਆ ਕਰਨੀ ਹੈ। ਇੱਕ ਇੱਟ ਲੈਣੀ ਹੈ, ਇੱਟ ਨੂੰ ਕੀ ਆ ਚਾਰੋਂ ਪਾਸੇ ਕੀ ਆ ਡੋਰੀ ਨਾਲ ਬੰਨ੍ਹ ਦੇਣਾ ਗਾ। ਡੋਰੀ ਨਾਲ ਬੰਨ੍ਹਣ ਤੋਂ ਬਾਅਦ ਕੀ ਆ, ਉਸ ਨੂੰ ਧਾਗੇ ਨੂੰ ਆਪਾਂ ਕਾਹਦੇ 'ਚ ਬੰਨ੍ਹਣਾ ਗਾ, ਕਮਾਨੀ ਤੁਲਾ 'ਚ ਬੰਨ੍ਹਣਾ ਗਾ। ਹੁਣ ਮੈਂ ਇੱਥੇ ਤੁਹਾਨੂੰ ਇਹ ਦੱਸ ਦੇਣਾ ਕਮਾਨੀ ਤੁਲਾ ਕੀ ਹੁੰਦੀ ਹੈ। ਜਿਹੜੀ ਆ ਥੱਲੇ ਦਿਖਾਈ ਵੀ, ਦੇਖੋ ਮੈਂ ਆਹ ਦਿਖਾਈ ਵੀ ਹੈ, ਇਹ ਕੀ ਆ ਕਮਾਨੀ ਤੁਲਾ ਗੀ। ਹੁਣ ਕਮਾਨੀ ਤੁਲਾ ਹੁੰਦੀ ਕੀ ਹੈ, ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈਗਾ। ਕਮਾਨੀ ਤੁਲਾ ਕੀ ਆ, ਉਹ ਯੰਤਰ ਹੈ ਜਿਸ ਨਾਲ ਕਿ ਵਸਤੂ 'ਤੇ ਲੱਗੇ ਬਲ ਨੂੰ ਮਾਪਿਆ ਜਾਂਦਾ ਹੈ। ਪੁਰਾਣੇ ਸਮਿਆਂ 'ਚ ਤੁਸੀਂ ਦੇਖਿਆ ਹੋਊਗਾ, ਕੋਈ ਭਾਰ ਤੋਲਣ ਲਈ ਜਾਂ ਕੋਈ ਸਮਾਨ ਲੈਣ ਲਈ, ਜਦੋਂ ਆਪਾਂ ਪੁਰਾਣੇ ਸਮੇਂ 'ਚ ਕੀ ਨਰਮਾ ਚੁੱਕਦੇ ਸੀ, ਉਹ ਪੰਡ ਬੰਨ੍ਹਦੇ ਸੀ ਨਰਮੇ ਪੰਡ ਨੂੰ, ਇਸ ਕਮਾਨੀ ਤੁਲਨ ਨਾਲ ਹੀ ਨਾਪਿਆ ਜਾਂਦਾ ਸੀ। ਤਾਂ ਉਹ ਕੀ ਸੀਗਾ, ਭਾਰ ਨੂੰ ਨਾਪਣ ਲਈ ਜਾਂ ਵਸਤੂ 'ਤੇ ਲੱਗੇ ਬਲ ਨੂੰ ਨਾਪਣ ਲਈ ਜਿਹੜੀ ਇਹ ਵਰਤੋਂ ਕੀਤੀ ਜਾਂਦੀ ਹੈ ਯੰਤਰ ਦੀ, ਇਹਨੂੰ ਆਪਾਂ ਕਮਾਨੀ ਤੁਲਾ ਕਹਿੰਦੇ ਹਾਂ।
ਆ ਇੱਟ ਨੂੰ ਪਹਿਲਾਂ ਆਪਾਂ ਧਾਗੇ ਨਾਲ ਬੰਨ੍ਹ ਲਿਆ, ਧਾਗੇ ਨਾਲ ਬੰਨ੍ਹਣ ਤੋਂ ਬਾਅਦ ਕੀ ਹੈ, ਇਹਨੂੰ ਕਮਾਨੀ ਤੁਲਾ ਨਾਲ ਆਪਾਂ ਖਿੱਚਣਾ ਹੈਗਾ। ਜਿੰਨਾ ਕਮਾਨੀ ਤੁਲਾ ਤੇਰਾ, ਆਹ ਦੇਖੋ ਇਹਦੇ ਵਿਚਾਲੇ ਸਾਈਨ ਜਾ ਰਿਹਾ ਇੱਕ, ਜਿੰਨਾ ਇਹ ਦਰਸਾਊਗਾ, ਜੇ 20 ਦਰਸਾ ਰਿਹਾ ਤਾਂ ਇਹਦਾ ਬਲ ਕੀ ਹੈ, ਬਲ ਦੀ ਕੀ ਹੋਊਗੀ, ਪੜਤ ਹੋਊਗੀ, ਉਹ ਕਿੰਨਾ ਬਲ ਉੱਤੇ ਲੱਗ ਰਿਹਾ ਹੈ, ਤਾਂ ਆਪਾਂ ਇਹ ਨੋਟ ਕਰਨਾ ਹੈ। ਹੁਣ ਆਪਾਂ ਜਦੋਂ ਇਹਨੂੰ ਬਲ ਫਸਟ ਤੇ ਘੜੀਸ ਰਹੇ ਹਾਂ ਆਪਾਂ ਇਹਨੂੰ, ਤਾਂ ਦੇਖਣਾ ਆਪਾਂ ਤੇ ਕਿੰਨਾ ਇਹ 'ਤੇ ਮਾਪ ਆਇਆ ਹੈ। ਫਿਰ ਆਪਾਂ ਕੀ ਕਰਨਾ ਗਾ, ਜੋ ਇਹ ਇੱਟ ਹੈ ਇਸ ਇੱਟ ਦੇ ਆਲੇ ਦੁਆਲੇ ਕੀ ਕਰਨਾ, ਇੱਕ ਪੋਲੀਥੀਨ ਲਪੇਟ ਦੇਣਾ ਗਾ। ਕੀ ਲਪੇਟ ਦੇਣਾ ਗਾ, ਪੋਲੀਥੀਨ। ਪੋਲੀਥੀਨ ਲਪੇਟਣ ਨਾਲ ਤੁਸੀਂ ਫਿਰ ਨੋਟ ਕਰਨਾ ਵੀ ਇਹ ਪਰਤ ਕਿੰਨੀ ਸ਼ੋਅ ਕਰਦਾ ਹੈ। ਦੋਵੇਂ ਸਥਿਤੀਆਂ 'ਚ ਪਰਤ ਦਾ ਅੰਤਰ ਨੋਟ ਕਰਨਾ ਵੀ ਕਿੰਨਾ ਅੰਤਰ ਆਇਆ। ਹੁਣ ਸੋਚਣ ਵਾਲੀ ਗੱਲ ਇਹ ਆ, ਇੱਟ ਤਾਂ ਉਹੀ ਹੈ, ਇੱਟ ਉਹੀ ਆ, ਆਪਣੇ ਕੋਲ ਕਮਾਨੀ ਤੁਲਾ ਵੀ ਉਹੀ ਆ, ਪਰ ਇਹ ਅੰਤਰ ਕਿਉਂ ਆਇਆ, ਇਹਦੇ ਲਈ ਕੀ ਹੈ, ਅੰਤਰ ਕਿਉਂ ਆਇਆ, ਸੋਚੋ ਇਹਦੇ ਬਾਰੇ। ਤੁਸੀਂ ਦੋਨਾਂ ਤਹਿਾਂ 'ਤੇ ਹੱਥ ਲਾ ਕੇ ਦੇਖੋ, ਇੱਟ 'ਤੇ ਹੱਥ ਲਾ ਕੇ ਦੇਖੋ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ, ਫਰਸ਼ 'ਤੇ ਹੱਥ ਲਾ ਕੇ ਦੇਖੋ ਕੀ ਮਹਿਸੂਸ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਪੋਲੀਥੀਨ ਲਪੇਟ ਕੇ ਫਿਰ ਉਹ 'ਤੇ ਹੱਥ ਲਾ ਕੇ ਦੇਖੋ ਤੁਹਾਨੂੰ ਕੀ ਮਹਿਸੂਸ ਹੋਇਆ। ਤੁਹਾਨੂੰ ਮਹਿਸੂਸ ਹੋਇਆ ਹੋਏਗਾ ਕਿ ਜਦੋਂ ਅਸੀਂ ਇੱਟ 'ਤੇ ਹੱਥ ਲਾਉਣੇ ਆ ਉਹ ਜ਼ਿਆਦਾ ਖੁਰਦਰੀ ਹੈ, ਅਤੇ ਦੂਸਰਾ ਕੀ ਹੈ, ਜਦੋਂ ਅਸੀਂ ਉਹਦੇ ਪੋਲੀਥੀਨ ਬੰਨ੍ਹਿਆ ਹੋਵੇਗਾ ਉਹ ਕੀ ਹੋਊਗੀ, ਮੁਲਾਇਮ ਹੋਵੇਗੀ। ਇਹਦੇ ਨਾਲ ਦੀ ਕਿਰਿਆ ਹੋਰ ਵੀ ਆਪਾਂ ਲਵਾਂਗੇ। ਮੁਲਾਇਮ ਹੋਣ ਨਾਲ ਕੀ ਆ, ਜਦੋਂ ਮੁਲਾਇਮ ਹੋਊਗੀ ਤਾਂ ਉਹ ਕੀ ਆ, ਉੱਥੇ ਕੀ ਹੈ, ਰਗੜ ਘੱਟ ਕੰਮ ਕਰਦੀ ਹੈ, ਅਤੇ ਜਿੱਥੇ ਖੁਰਦਰਾਪਨ ਜ਼ਿਆਦਾ ਹੋਊਗਾ ਉੱਥੇ ਰਗੜ ਕੀ ਆ, ਜ਼ਿਆਦਾ ਹੁੰਦੀ ਹੈ, ਰਗੜ ਬਲ ਦੀ ਮਾਤਰਾ ਕੀ ਆ ਉੱਥੇ ਜ਼ਿਆਦਾ ਹੁੰਦੀ ਆ। ਹੁਣ ਢਾਲਵੇਂ ਤਲ 'ਚ ਵੀ ਆਪਾਂ ਰਗੜ ਸਮਝਦੇ ਹਾਂ। ਢਾਲਵਾਂ ਤਲ ਕਿਵੇਂ ਬਣਦਾ, ਜਿਵੇਂ ਤੁਹਾਨੂੰ ਚਿੱਤਰ ਦਿਖਾਇਆ ਹੈਗਾ, ਆਪਾਂ ਹੀ ਕਰਨਾ ਗਾ। ਕੋਈ ਵੀ ਗੱਤਾ ਲੈ ਲਓ ਜਾਂ ਕੋਈ ਲੱਕੜ ਦਾ ਪੀਸ ਲੈ ਲਓ, ਉਹਨੂੰ ਇਸ ਤਰ੍ਹਾਂ ਟੇਢਾ ਲਾਉਣਾ ਆਪਾਂ। ਉਹਦੇ ਪਿੱਛੇ ਜਿਵੇਂ ਕਿਤਾਬਾਂ 'ਚ ਸਪੋਰਟ ਲਾਈ ਵੀ ਹੈ ਜਾਂ ਆਪਾਂ ਕੁਛ ਹੋਰ ਰੱਖ ਸਕਦੇ ਹਾਂ, ਆਪਾਂ ਨੂੰ ਬਿਲਕੁਲ ਟੇਢਾ ਇਸ ਤਰ੍ਹਾਂ ਕਰ ਦੇਣਾ ਗਾ। ਇਹ ਕੀ ਹੁੰਦਾ ਹੈਗਾ, ਇਨਕਲਾਈਨ ਪਲੇਨ ਜਾਂ ਢਾਲਵਾਂ ਤਲ ਕਹਿੰਦੇ ਆ। ਹੁਣ ਆਪਾਂ ਢਾਲਵਾਂ ਤਲ, ਪਹਿਲਾਂ ਤਾਂ ਢਾਲਵਾਂ ਤਲ ਬਣਾ ਲਿਆ ਆਪਾਂ, ਮੇਜ਼ 'ਤੇ ਕੀ ਇੱਕ ਲੱਕੜ ਦਾ ਪੀਸ ਰੱਖ ਕੇ ਥੋੜ੍ਹਾ ਟੇਢਾ ਕਰ ਲਿਆ, ਉਹ ਢਾਲਵਾਂ ਤਲ ਕੀ ਹੈ, ਬਣ ਗਿਆ। ਹੁਣ ਆਪਾਂ ਇੱਕ ਸੈੱਲ ਲੈ ਲਓ ਜਾਂ ਇੱਕ ਲੈ ਲਓ ਪੈਨਸਿਲ ਲੈ ਲਓ, ਜ਼ਿਆਦਾ ਵਧੀਆ ਹੈਗਾ। ਆਪਾਂ ਮੇਰਾ ਪੈਨਸਿਲ ਸੈੱਲ ਜਿਹੜਾ ਕਿ ਬੈਟਰੀਆਂ 'ਚ ਪੈਂਦਾ, ਯਾਨੀ ਕਿ ਆਪਣੇ ਰਿਮੋਟਾਂ 'ਚ ਪੈਂਦਾ, ਜਿਹੜਾ ਟੈਲੀਫੋਨ ਵਾਲਾ ਸੌਰੀ ਆਪਾਂ TV ਦਾ ਰਿਮੋਟ ਚਲਾਉਂਦੇ ਹਾਂ, ਜਿਹੜਾ ਸੈੱਲ ਪੈਂਦਾ ਪੈਨਸਿਲ ਸੈੱਲ ਹੁੰਦਾ, ਆਪਾਂ ਉਹ ਲੈ ਸਕਦੇ ਹਾਂ। ਪੈਨਸਿਲ ਸੈੱਲ ਲੈ ਕੇ ਕੀ ਆਪਾਂ ਉਸਨੂੰ ਜਿਹੜਾ ਹੈ ਢਾਲਵੇਂ ਤਲ ਦੇ ਉੱਪਰ ਰੱਖ ਕੇ ਉਹਨੂੰ ਰੋੜਨਾ ਹੈ। ਰੋੜਨ ਤੋਂ ਬਾਅਦ ਕੀ ਆਪਾਂ ਇੱਥੇ ਜੋ ਆਹ ਟੇਬਲ ਦਿਖ ਰਿਹਾ, ਇੱਥੇ ਆਪਾਂ ਵੱਖ-ਵੱਖ ਕੀ ਹੈ ਸਤਹ ਦਾ ਲਾ ਕੇ ਆਪਾਂ ਰਗੜ ਬਲ ਦਾ ਅਧਿਐਨ ਕਰ ਸਕਦੇ ਹਾਂ। ਪਹਿਲਾਂ ਟੇਬਲ 'ਤੇ ਕੁਛ ਨਾ ਰੱਖੋ, ਫਿਰ ਕੀ ਹੈ ਸੈਕਿੰਡ ਆਪਸ਼ਨ 'ਚ ਕੀ ਹੈ, ਰਗੜ ਐਸ ਜਿਹੜਾ ਤਲ ਹੈਗਾ ਇੱਥੇ ਆਪਾਂ ਇੱਕ ਕੱਪੜਾ ਰੱਖ ਸਕਦੇ ਹਾਂ ਜਿੱਥੇ ਕੋਈ ਬਲ ਨਾ ਹੋਵੇ। ਤੀਸਰਾ ਕੀ ਆਪਾਂ ਕੋਈ ਹੋਰ ਖੁਰਦਰਾ, ਜਿਵੇਂ ਆਪਾਂ ਕਹਿ ਸਕਦੇ ਹਾਂ ਜਿਹੜਾ ਆਪਾਂ ਰੇਗਮਾਰ ਹੁੰਦਾ, ਰੇਗਮਾਰ ਵਿਛਾ ਸਕਦੇ ਹਾਂ, ਜਾਂ ਇਹਦੇ ਉੱਤੇ ਅੱਗੇ ਆਪਾਂ ਰੇਤੇ ਦੀ ਇੱਕ ਪਰਤ ਵੀ ਵਿਛਾ ਸਕਦੇ ਹਾਂ। ਹੁਣ ਇਹਨਾਂ ਸਾਰੀਆਂ ਵਿੱਚ ਅਧਿਐਨ ਇਹ ਕਰਨਾ ਵੀ ਆਪਾਂ ਜਦੋਂ ਆਪਾਂ ਪੈਨਸਿਲ ਸੈੱਲ ਨੂੰ ਇਸ ਥਾਂ ਤੋਂ ਜਿਹੜਾ ਇਨਕਲਾਈਨ ਪਲੇਨ ਦੇ ਬਿਲਕੁਲ ਉੱਪਰ ਤੋਂ ਰੋੜਦੇ ਹਾਂ ਤਾਂ ਉਹ ਕਿੰਨੀ ਦੂਰੀ ਤੱਕ ਜਾਂਦਾ ਹੈ। ਹੁਣ ਜੇ ਤਾਂ ਆਪਾਂ ਇੱਥੇ ਆਪਾਂ ਸਰਮਾਈਕਾ ਜਿਹੜਾ ਸਮੂਥ ਲੱਗਿਆ ਹੋਵੇਗਾ ਤਾਂ ਇਹ ਕੀ ਹੈ, ਜ਼ਿਆਦਾ ਦੂਰ ਜਾਊਗਾ। ਜੇ ਆਪਾਂ ਇਹਨੂੰ ਆਪਾਂ ਰੇਗਮਾਰ 'ਤੇ ਥੱਲੇ ਰੱਖ ਲਈਏ ਤਾਂ ਉਹਦਾ ਕੀ ਹੈ, ਉਹ 'ਚ ਕੀ ਹੈ, ਅਗਰ ਦੋਗਲਾਪਣ ਜ਼ਿਆਦਾ ਹੁੰਦਾ, ਅਨਿਯਮਿਤਤਾਵਾਂ ਜ਼ਿਆਦਾ ਹੁੰਦੀਆਂ, ਉਹ ਕੀ ਘੱਟ ਦੂਰੀ ਜਾਊਗਾ। ਜੇ ਆਪਾਂ ਥੱਲੇ ਰੇਤਾ ਵਿਛਾ ਲਾਂਗੇ ਤਾਂ ਉਹ ਹੋਰ ਘੱਟ ਦੂਰੀ ਜਾਊਗਾ। ਇਸ ਦਾ ਕਾਰਨ ਕੀ ਹੈ, ਇਸ ਦਾ ਕਾਰਨ ਹੈ ਵੱਖ-ਵੱਖ ਸਤਹਾਂ ਦਾ ਰਗੜ ਬਲ। ਹਰੇਕ ਸਤਹ ਦਾ ਕੀ ਹੈ, ਰਗੜ ਬਲ ਕੀ ਹੈ, ਅਲੱਗ-ਅਲੱਗ ਹੁੰਦਾ ਹੈ। ਇਹ ਤੋਂ ਆਪਾਂ ਨੂੰ ਇਹ ਕਲੀਅਰ ਹੁੰਦਾ ਹੈ ਵੀ ਹਰੇਕ ਸਤਹ ਦਾ ਰਗੜ ਬਲ ਅਲੱਗ-ਅਲੱਗ ਹੁੰਦਾ ਹੈ। ਹੁਣ ਉਹ ਅਲੱਗ-ਅਲੱਗ ਕਿਉਂ ਹੁੰਦਾ ਹੈਗਾ, ਉਹਦਾ ਕਾਰਨ ਕੀ ਆ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਹਰੇਕ ਸਤਹ 'ਤੇ ਕੀ ਆ, ਕੁਛ ਅਨਿਯਮਿਤਤਾਵਾਂ ਹੁੰਦੀਆਂ ਨੇ। ਜਿਵੇਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਰਫੇਸ, ਆਹ ਕੀ ਹੈ, ਜਿਹੜਾ ਸਰਫੇਸ ਆ ਮੇਜ਼ ਦਾ ਮੈਂ ਟੌਪ ਲੈ ਲਿਆ, ਇੱਥੋਂ ਮੈਂ ਇੱਕ ਪੀਸ ਵੱਢ ਲਿਆ, ਉਹਨੂੰ ਮੈਂ ਸੂਖਮਦਰਸ਼ੀ ਜਾਂ ਹੋਰ ਚੀਜ਼ ਅਧਿਐਨ ਕਰ ਦਾਂਗਾ ਤਾਂ ਉਹ ਕੀ ਹੈ, ਇਸ ਤਰ੍ਹਾਂ ਅਗੜ ਦੋਗੜਾਪਣ ਹੁੰਦਾ, ਕੋਈ ਚੀਜ਼ ਉੱਚੀ ਹੈ, ਕੋਈ ਚੀਜ਼ ਨੀਵੀਂ ਆ। ਤੁਸੀਂ ਇਸ ਲਈ ਕੀ ਹੈ, ਰੇਗਮਾਰ ਤੁਸੀਂ ਲੈ ਸਕਦੇ ਹੋ, ਰੇਗਮਾਰ ਉੱਤੇ ਹੱਥ ਲਾ ਕੇ ਦੇਖੋਗੇ ਤੁਹਾਡੇ ਕੀ ਹੱਥਾਂ 'ਤੇ ਉਹ ਖੁਰਦਰਾਪਨ ਕੀ ਹੈ ਉਸ ਤਰ੍ਹਾਂ ਹੀ ਮਹਿਸੂਸ ਹੋਵੇਗਾ, ਜਿਵੇਂ ਕਿ ਉਹ ਉੱਚਾ ਨੀਵਾਂ ਪੱਥ ਹੋਵੇਗਾ। ਇਸ ਦੇ ਨਾਲ ਹੀ ਤੁਸੀਂ ਕੋਈ ਸਮੂਥ ਸਰਫੇਸ ਲੈ ਲਓ, ਯਾਨੀ ਕਿ ਜਿਹੜਾ ਪਲੇਨ ਸਰਮਾਈਕਾ ਅਸੀਂ ਆਮ ਤੌਰ 'ਤੇ ਰਸੋਈ ਦੇ ਵਿੱਚ ਤੁਹਾਡੇ ਲੱਗਿਆ ਹੁੰਦਾ ਚਮਕਦਾਰ ਸਰਮਾਈਕਾ, ਉਹ 'ਤੇ ਹੱਥ ਲੱਗ ਦੇਖੋ, ਤੁਹਾਨੂੰ ਬਹੁਤ ਹੀ ਮੁਲਾਇਮ ਮਹਿਸੂਸ ਹੋਵੇਗਾ। ਉਹ 'ਚ ਕੀ ਆ, ਉਹਦੇ ਵਿੱਚ ਕੀ ਆ, ਇਹ ਅਨਿਯਮਿਤਤਾਵਾਂ ਹੈਗੀਆਂ ਉਹਦੇ ਵਿੱਚ ਕੀ ਆ, ਘੱਟ ਹੁੰਦੀਆਂ ਗੀਆਂ, ਅਤੇ ਜਿਹੜੇ ਖੁਰਦਰਾ ਸਰਫੇਸ ਆ ਉਹਦੇ ਵਿੱਚ ਜਿਹੜੀਆਂ ਅਨਿਯਮਿਤਤਾਵਾਂ ਕੀ ਆ, ਜ਼ਿਆਦਾ ਹੁੰਦੀਆਂ ਗੀਆਂ।
ਇਹਨਾਂ ਅਨਿਯਮਤਾਵਾਂ ਤੇ ਕੀ ਹੈਗਾ ਆਪਣਾ ਰਗੜ ਬਲ ਕੀ ਹੈ ਡਿਪੈਂਡ ਕਰਦਾ ਹੈਗਾ। ਜਿੰਨੀਆਂ ਅਨਿਯਮਤਾਵਾਂ ਵੱਧ ਹੋਣਗੀਆਂ, ਜਿੰਨੀਆਂ ਇਰੈਗੂਲਰਿਟੀ ਸਰਫੇਸ ਵੱਧ ਹੋਣਗੀਆਂ, ਜਿੰਨਾ ਸਰਫੇਸ ਖੁਰਦਰਾਪਨ ਹੋਵੇਗਾ, ਓਨਾ ਕੀ ਆ ਰਗੜ ਬਲ ਕੀ ਆ ਜ਼ਿਆਦਾ ਹੋਵੇਗਾ। ਰਗੜ ਬਲ ਕਦੋਂ ਕੰਮ ਕਰਦਾ? ਜਦੋਂ ਇੱਕ ਵਸਤੂ ਦੂਜੀ ਸਤਹ ਤੇ ਗਤੀ ਕਰਨਾ ਸ਼ੁਰੂ ਕਰਦੀ ਹੈ ਤਾਂ ਉਦੋਂ ਕੀ ਹੈ ਰਗੜ ਬਲ ਕੰਮ ਚ ਆਉਂਦਾ ਹੈਗਾ, ਉਦੋਂ ਰਗੜ ਬਲ ਕੀ ਆ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ। ਤਾਂ ਜਦੋਂ ਇੱਕ ਸਤਹ ਤੇ ਦੂਜੀ ਸਤਹ ਵਸਤੂ ਗਤੀ ਕਰਦੀ ਹੈ ਤਾਂ ਦੋ ਸਤਹਾਂ ਦੀਆਂ ਨਿਯਮਤਾਵਾਂ ਹੁੰਦੀਆਂ ਇੱਕ ਦੂਜੇ 'ਚ ਖੁੱਭ ਜਾਂਦੀਆਂ ਹੈਗੀਆਂ। ਜੇ ਤਾਂ ਦੋਨੇ ਸਤਹਾਂ ਦੀਆਂ ਨਿਯਮਤਾਵਾਂ ਹੈਗੀਆਂ ਜ਼ਿਆਦਾ ਖੁੱਭਣਗੀਆਂ, ਰਗੜ ਬਲ ਜ਼ਿਆਦਾ ਹੋਊਗਾ। ਜੇ ਦੋਨੇ ਸਤਹਾਂ ਕੀ ਹੈ ਸਮੂਥ ਹੈ, ਮੁਲਾਇਮ ਹੈ, ਤਾਂ ਰਗੜ ਬਲ ਕੀ ਹੈ ਆਪਣਾ ਘੱਟ ਹੋਵੇਗਾ। ਹੁਣ ਆਪਾਂ ਅਗਲਾ ਦੇਨੇ ਆ, ਜੇਕਰ ਆਪਾਂ ਕੋਈ ਚੀਜ਼ ਨੂੰ ਰੋੜਨਾ ਹੈ, ਜਿਵੇਂ ਤੁਹਾਡੇ ਸਾਹਮਣੇ ਇੱਕ ਬੱਚਾ ਕੀ ਹੈ ਇੱਕ ਬਕਸੇ ਨੂੰ ਰੋੜ ਰਿਹਾ ਹੈਗਾ। ਜੇ ਇਹੀ ਬਕਸਾ ਮਿੱਟੀ ਦੀ ਸਤਹ ਤੇ ਰੋੜਨਾ ਹੋਵੇ ਤਾਂ ਉਹਨੂੰ ਬਹੁਤ ਦਿੱਕਤ ਆਊਗੀ, ਤਾਂ ਰੋੜਨਾ ਨਹੀਂ ਹੈਗਾ। ਸੈਕੰਡਲੀ ਇਹੀ ਜੇ ਬਕਸਾ ਆਪਾਂ ਕਿਸੇ ਸਮਤਲ ਜਗ੍ਹਾ ਤੇ ਯਾਨੀ ਫਰਸ਼ ਲੱਗਿਆ ਹੋਇਆ ਹੈਗਾ, ਟਾਈਲਾਂ ਵਾਲਾ ਫਰਸ਼ ਜਾਂ ਪੱਥਰ ਲੱਗਿਆ ਹੋਇਆ, ਉੱਥੇ ਕੀ ਆ ਰੋੜਨ ਵਿੱਚ ਇਹਨੂੰ ਆਸਾਨੀ ਹੋਵੇਗੀ। ਉਹਦਾ ਆਸਾਨੀ ਦਾ ਕਾਰਨ ਕੀ ਹੈ, ਰੋੜਨ ਵਿੱਚ ਆਸਾਨੀ ਕਿਉਂ ਹੋਵੇਗੀ? ਕਿਉਂਕਿ ਜਿਹੜਾ ਰੇਤਾ ਹੈਗਾ ਉਹ 'ਤੇ ਕੀ ਹੈ ਖੁਰਦਰਾਪਨ ਵੱਧ ਹੁੰਦਾ ਹੈਗਾ, ਜਿਸ ਕਰਕੇ ਕੀ ਹੈ ਇਹਨੂੰ ਕੀ ਹੈ ਮੂਵ ਕਰਨ ਵਿੱਚ ਕੀ ਆਪਾਂ ਨੂੰ ਵੱਧ ਜ਼ੋਰ ਲਾਉਣਾ ਪੈਂਦਾ, ਵੱਧ ਬਲ ਲਗਾਉਣਾ ਪੈਂਦਾ, ਕਿਉਂਕਿ ਰਗੜ ਬਲ ਉੱਥੇ ਕੀ ਆ ਵੱਧ ਕੰਮ ਕਰ ਰਿਹਾ ਹੁੰਦਾ ਹੈਗਾ। ਜਿੱਥੇ ਮੁਲਾਇਮ ਸਤਹ ਹੁੰਦੀ ਹੈ ਉੱਥੇ ਨਿਯਮਤਾ ਕੀ ਹੁੰਦੀ ਹੈ ਘੱਟ ਹੁੰਦੀ ਹੈ, ਅਤੇ ਘੱਟ ਕਰਕੇ ਕੀ ਆ ਆਪਾਂ ਨੂੰ ਫਿਰ ਇਹਦਾ ਬਲ ਵੀ ਕੀ ਆ ਘੱਟ ਲਾਉਣਾ ਪਊਗਾ। ਇਹਦਾ ਮਤਲਬ ਕੀ ਹੈ ਜੇ ਸਤਹ ਨੂੰ ਬਲ ਨਾਲ ਦਬਾਈਏ ਤਾਂ ਰਗੜ ਵਿੱਚ ਕੀ ਆ ਵਾਧਾ ਹੁੰਦਾ ਹੈ। ਇਸ ਦਾ ਅਨੁਭਵ ਤੁਸੀਂ ਕਿਸੇ ਚਟਾਈ ਨੂੰ ਉਸ ਸਮੇਂ ਖਿੱਚ ਕੇ ਕਰ ਸਕਦੇ ਜਦੋਂ ਉਸ 'ਤੇ ਵਿਅਕਤੀ ਨਹੀਂ ਬੈਠਾ ਹੁੰਦਾ। ਪਹਿਲਾਂ ਉਹ ਦੇਖ ਲਓ ਵਿਅਕਤੀ ਬੈਠਾ ਹੈ, ਉਹਨੂੰ ਖਿੱਚ ਕੇ ਦੇਖੋ, ਤੁਹਾਨੂੰ ਕੀ ਹੈ ਬਲ ਵੱਧ ਲਾਉਣਾ ਪਊਗਾ, ਕਿਉਂਕਿ ਕੀ ਆ ਭਾਰ ਨਾਲ ਕੀ ਆ ਉਹਦੀ ਕੀ ਹੈ ਮਾਤਰਾ ਵੱਧ ਜਾਂਦੀ ਹੈ। ਜਦੋਂ ਕੋਈ ਵਸਤੂ ਮਤਲਬ ਵਿਅਕਤੀ ਦਰੀ 'ਤੇ ਨਹੀਂ ਬੈਠਾ, ਤੁਸੀਂ ਦਰੀ ਨੂੰ ਖਿੱਚੋਗੇ, ਦਰੀ ਕੀ ਹੈ ਆਸਾਨੀ ਨਾਲ ਕੀ ਹੈ ਖਿੱਚੀ ਜਾ ਸਕਦੀ ਹੈ। ਇਹਦਾ ਮਤਲਬ ਕੀ ਹੈ ਜੇ ਤਾਂ ਆਪਾਂ ਭਾਰੀ ਬਕਸਾ ਹਟਾਉਣਾ ਗਾ ਆਪਾਂ ਨੂੰ ਕੀ ਹੈ ਵੱਧ ਬਲ ਲਾਉਣਾ ਪੈਂਦਾ ਹੈਗਾ। ਇਸ ਤਰ੍ਹਾਂ ਦਾ ਮਤਲਬ ਕੀ ਹੈ ਰਗੜ ਬਲ ਦੀ ਮਾਤਰਾ ਕੀ ਉਹ 'ਚ ਵੱਧ ਜਾਂਦੀ ਹੈ। ਰਗੜ ਬਲ ਕੀ ਹੈ ਆਪਸੀ ਸੰਪਰਕ ਵਿੱਚ ਲਾਇਆ ਬਲ ਹੁੰਦਾ ਹੈਗਾ। ਜਦੋਂ ਕੋਈ ਵਸਤੂ ਵਿਰਾਮ ਵਾਸਤੇ ਗਤੀ ਸ਼ੁਰੂ ਕਰਦੀ ਹੈ ਤਾਂ ਰਗੜ ਨੂੰ ਪਾਰ ਕਰਾਉਣਾ ਬਹੁਤ ਪਊਗਾ, ਫਿਰ ਹੀ ਉਹ ਕੀ ਹੈ ਰਗੜ ਵਸਤੂ ਕੀ ਹੈ ਗਤੀ ਕਰਨਾ ਸ਼ੁਰੂ ਕਰ ਲੂਗੀ। ਕਿਸੇ ਰੁਕਤੀ ਵਸਤੂ ਨੂੰ ਵਿਰਾਮ ਤੋਂ ਗਤੀ ਸ਼ੁਰੂ ਕਰਨ ਦੀ ਸਥਿਤੀ 'ਚ ਰਗੜ ਦੇ ਪਾਰ ਪਾਉਣ ਲਈ ਵਸਤੂ 'ਤੇ ਲਾਇਆ ਬਲ ਸਥਿਤਿਕ ਰਗੜ ਬਲ ਹੁੰਦਾ ਹੈ। ਉਹਨੂੰ ਕੀ ਕਹਿੰਦੇ ਆਪਾਂ ਸਥਿਤਿਕ ਰਗੜ ਬਲ ਹੁੰਦਾ ਹੈ। ਜਦੋਂ ਕੋਈ ਵਸਤੂ ਗਤੀਸ਼ੀਲ ਰੱਖ ਲਈ ਹੈ, ਰੱਖਣ 'ਤੇ ਲੋੜੀਂਦਾ ਬਲ ਲਾਉਣੇ ਆਪਾਂ, ਉਹਨੂੰ ਆਪਾਂ ਕਹਿੰਦੇ ਹਾਂ ਸਰਕਨਸ਼ੀਲ ਰਗੜ ਕਹਿੰਦੇ ਹਾਂ। ਹੁਣ ਦੋ ਰਗੜਾਂ 'ਚ ਆਈਆਂ, ਪਹਿਲੀ ਰਗੜ ਕਿਹੜੀ ਆਈ ਹੈ ਸਥਿਤਿਕ ਰਗੜ ਆਈ ਹੈ, ਜਿਹੜੀ ਕਿ ਕਿਸੇ ਵੀ ਖੜੀ ਵਸਤੂ ਨੂੰ ਆਪਾਂ ਉਹਦੇ ਧੱਕਾ ਲਾ ਕੇ ਮੂਵ ਕਰਾਉਣੇ ਆ ਤਾਂ ਉਹ ਬਲ ਹੁੰਦਾ ਉਹ ਸਥਿਤਿਕ ਰਗੜ ਹੁੰਦੀ ਹੈ। ਅਤੇ ਜਦੋਂ ਕੋਈ ਵਸਤੂ ਗਤੀ ਕਰ ਰਹੀ ਉਹਨੂੰ ਆਪਾਂ ਗਤੀ 'ਚ ਰੱਖਣਾ ਹੈਗਾ, ਉਹਦੇ ਨਾਲ ਆਪਾਂ ਬਲ ਲਾਉਣੇ ਆ, ਗਤੀਸ਼ੀਲ ਰੱਖਣ ਲਈ ਕੀ ਕਰਾਉਣੇ ਬਲ ਲਾਉਣੇ ਆਪਾਂ, ਅਤੇ ਉਸੇ ਦਿਸ਼ਾ 'ਚ ਜਿੱਧਰ ਜਾ ਰਿਹਾ ਹੈਗਾ ਉਸੇ ਦਿਸ਼ਾ ਵਿੱਚ ਇਹਨੂੰ ਆਪਾਂ ਮੂਵ ਕਰਾਉਣਾ ਹੈਗਾ। ਜਿਹੜਾ ਉਹ ਕਾਰਜ ਹੈ ਉਹ ਕੀ ਹੈ ਆਸਾਨ ਹੋਵੇਗਾ। ਗਤੀ 'ਚ ਰੱਖਣ ਲੋੜੀਂਦਾ ਬਲ ਉਸਨੂੰ ਸਰਕਨ ਰਗੜ ਦਾ ਮਾਪ ਹੁੰਦਾ। ਜਦੋਂ ਬਕਸਾ ਸਰਕਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਤਹ ਸੰਪਰਕ ਵਿੱਚ ਓਨਾ ਹੀ ਸਮਾਂ ਨਹੀਂ ਮਿਲ ਪਾਉਂਦੀਆਂ ਜਿੰਨਾ ਚਿਰ ਫਰਸ਼ 'ਤੇ ਸਪਿੰਡਲ ਧੱਸ ਸਕੇ। ਹੁਣ ਬੜੀ ਤੇ ਸੋਚਣ ਵਾਲੀ ਗੱਲ ਹੈ, ਜਦੋਂ ਬਕਸਾ ਨੇ ਆਪਾਂ ਧੱਕਾ ਲਾਇਆ, ਬਕਸੇ ਨੇ ਸਰਕਣਾ ਸ਼ੁਰੂ ਕਰ ਦਿੱਤਾ ਤਾਂ ਉਸ ਸਤਹ ਦੇ ਸੰਪਰਕ ਬਿੰਦੂਆਂ ਨੂੰ ਓਨਾ ਸਮਾਂ ਨਹੀਂ ਮਿਲ ਪਾਉਂਦਾ। ਜੇ ਵਸਤੂ ਖੜੀ ਹੈ ਤਾਂ ਕੀ ਹੈ ਜਿਹੜੇ ਉਹ ਅਨਿਯਮਤਾਵਾਂ ਵਿੱਚ ਫਿਕਸ ਹੋ ਜਾਂਦੀਆਂ, ਤਾਂ ਉੱਥੇ ਬਿਲਕੁਲ ਕੀ ਇੰਟਰਲੋਕ ਹੋ ਜਾਂਦੀਆਂ ਹੈਗੀਆਂ। ਪਰ ਜਦੋਂ ਆਪਾਂ ਨੂੰ ਮੂਵ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਇੰਟਰਲੋਕ ਹੋਣਾ ਧੱਸਣ ਵਾਸਤੇ। ਠੀਕ ਹੈ, ਇਸ ਲਈ ਕੀ ਹੈ ਜਿਹੜੀ ਸਰਕਨਸ਼ੀਲ ਰਗੜ ਕਿਹੜੀ ਹੈ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ। ਜਦੋਂ ਵਸਤੂ ਖੜੀ ਹੈ ਉਹ ਵਿੱਚ ਧੱਸ ਜਾਂਦੀਆਂ ਹੈਗੀਆਂ, ਰਗੜ ਵੱਧ ਜਾਂਦੀ ਹੈ। ਪਰ ਜਦੋਂ ਵਸਤੂ ਚੱਲ ਰਹੀ ਹੈ ਤਾਂ ਉਹਦੇ ਵਿੱਚ ਕੀ ਉਹਨੂੰ ਸਮਾਂ ਨਹੀਂ ਮਿਲਦਾ ਵਿੱਚ ਮਿਕਸ ਵਿੱਚ ਧੱਸਣ ਵਾਸਤੇ, ਤਾਂ ਉਹ ਕੀ ਹੈ ਇਹਦਾ ਮਤਲਬ ਕੀ ਹੈ ਸਰਕਨਸ਼ੀਲ ਰਗੜ ਹੈ ਉਹ ਹਮੇਸ਼ਾ ਕੀ ਹੈ ਸਥਿਤਿਕ ਰਗੜ ਨਾਲੋਂ ਘੱਟ ਹੁੰਦੀ ਹੈ। ਹੁਣ ਰਗੜ ਬਹੁਤ ਜ਼ਰੂਰੀ ਹੈ। ਰਗੜ ਦੇਖੋ, ਰਗੜ ਦੇ ਫਾਇਦੇ ਵੀ ਹੈ, ਰਗੜ ਦੇ ਨੁਕਸਾਨ ਵੀ ਕੀ ਹੈ। ਹੁਣ ਤੁਸੀਂ ਕੁਝ ਗੱਲਾਂ ਨੂੰ ਅਨੁਭਵ ਕਰਨਾ ਗਾ। ਆਪਾਂ ਘਰੇ ਕੱਚ ਦਾ ਗਲਾਸ ਚੱਕਦੇ ਹਾਂ ਜਾਂ ਘਰੇ ਆਪਾਂ ਅਰਥ ਪੌਟ ਕਸੋਰਾ ਜਿਹਨੂੰ ਕਹਿ ਦਿੰਦੇ ਹਾਂ ਜਾਂ ਮਿੱਟੀ ਦਾ ਭਾਂਡਾ ਕਹਿ ਦਿੰਦੇ ਹਾਂ, ਦੋਨਾਂ ਨੂੰ ਫੜ ਕੇ ਰੱਖੋ, ਦੱਸੋ ਕਿਹੜਾ ਫੜਨਾ ਆਸਾਨ ਆ? ਸੋਚੋ ਕਿਹੜਾ ਫੜਨਾ ਆਸਾਨ ਆ? ਜਿਹੜਾ ਕਿ ਮਿੱਟੀ ਦਾ ਭਾਂਡਾ ਉਹ ਫੜਨਾ ਆਸਾਨ ਆ, ਕਿਉਂਕਿ ਉਹ ਕੀ ਹੁੰਦਾ
ਖੁਰਦਰਾ ਹੁੰਦਾ ਹੈਗਾ। ਹੋਰ ਤੁਸੀਂ ਸੋਚ ਸਕਦੇ ਹੋ, ਜੇ ਕਿਸੇ ਤੇਲ ਦੀ ਮੰਨ ਲਓ ਕਿਸੇ ਗਲਾਸ ਤੇ ਤੇਲ ਲੱਗਿਆ ਹੈਗਾ, ਬਾਹਰ ਸਟੀਲ ਦਾ ਤੇਲ ਲਾ ਲਓ, ਇੱਕ ਆਮ ਗਲਾਸ ਲੈ ਲਓ, ਤੇਲ ਲੱਗਿਆ ਤਾਂ ਗਲਾਸ ਕੀ ਹੱਥ 'ਚੋਂ ਕੀ ਆ ਉਹ ਤਿਲਕਦਾ ਰਹਿੰਦਾ ਹੈਗਾ। ਤੇਲ ਲੱਗਣ ਨਾਲ ਕੀ ਆ, ਰਗੜ ਘਟ ਜਾਂਦੀ ਹੈ। ਜੇ ਰਗੜ ਘਟ ਗਈ ਤਾਂ ਉਹਨੂੰ ਕੀ ਫੜਨਾ ਕੀ ਆ ਔਖਾ ਹੋ ਜਾਊਗਾ। ਜੇ ਰਗੜ ਨਾ ਹੁੰਦੀ ਤਾਂ ਆਪਣਾ ਜਿਹੜਾ ਪੈਨ ਆਪਾਂ ਕਾਪੀਆਂ 'ਤੇ ਲਿਖਦੇ ਹਾਂ, ਪੈਨਸਿਲ ਨਾਲ ਲਿਖਦੇ ਹਾਂ, ਬਲੈਕ ਬੋਰਡ 'ਤੇ ਟੀਚਰ ਲਿਖ ਰਿਹਾ ਹੈਗਾ, ਉਹ ਕਿਉਂ ਲਿਖਿਆ ਜਾਂਦਾ, ਕਿਉਂਕਿ ਬਲੈਕ ਬੋਰਡ 'ਤੇ ਖੁਰਦਰਾਪਨ ਹੁੰਦਾ ਹੈਗਾ, ਜਿਸ ਕਰਕੇ ਉਹ ਲਿਖਣਾ ਕੀ ਆ ਆਸਾਨ ਹੁੰਦਾ ਹੈਗਾ। ਜੇਕਰ ਤੁਸੀਂ ਹੁਣ ਇਹਦੇ ਅਨੁਭਵ ਇਹਦਾ ਤੁਹਾਨੂੰ ਮੈਂ ਦੱਸਦਾ ਇਹ ਕਿ ਤੁਸੀਂ ਕਰਕੇ ਪ੍ਰੈਕਟਿਸ ਕਰਕੇ ਦੇਖਣਾ, ਤਾਂ ਥੋੜ੍ਹੇ ਹਿੱਸੇ 'ਤੇ ਬਲੈਕ ਬੋਰਡ 'ਤੇ ਤੇਲ ਲਾ ਦਿਓ, ਉਹ 'ਤੇ ਲਿਖ ਕੇ ਦੇਖਿਓ, ਉਹ 'ਤੇ ਨਹੀਂ ਲਿਖਿਆ ਜਾਂਦਾ ਕਿਉਂਕਿ ਉੱਤੇ ਕੀ ਹੈ ਰਗੜ ਬਿਲਕੁਲ ਹੀ ਘਟ ਜਾਂਦੀ, ਜਿਸ ਕਰਕੇ ਲਿਖਣਾ ਬਹੁਤ ਆਸਾਨ ਨਹੀਂ ਹੁੰਦਾ ਹੈਗਾ। ਪਰ ਜਿੱਥੇ ਖੁਰਦਰਾ ਪਾਸਾ ਉੱਥੇ ਆਸਾਨੀ ਨਾਲ ਕੀ ਆ ਲਿਖਿਆ ਜਾ ਸਕਦਾ ਹੈਗਾ। ਇਸੇ ਤਰ੍ਹਾਂ ਕੀ ਆ, ਜਿਹੜੀ ਆਪਾਂ ਕਿੱਲ ਲਾ ਰਹੇ ਹਾਂ, ਕਿੱਲ ਵੀ ਕੀ ਆ ਆਪਾਂ ਤਾਂ ਹੀ ਲਾ ਸਕਦੇ ਹਾਂ ਜੇਕਰ ਕੀ ਰਗੜ ਵੱਲ ਹੈ। ਰਗੜ ਵੱਲ ਜੇ ਨਾ ਹੁੰਦਾ ਤਾਂ ਆਪਾਂ ਨੂੰ ਦੀਵਾਰਾਂ 'ਤੇ ਜਿਹੜੀ ਕਿੱਲ ਲਾਉਣੀ ਵੀ ਆਸਾਨ ਨਹੀਂ ਸੀ ਹੋਣੀ, ਇਹ ਵੀ ਆਪਾਂ ਨੂੰ ਬੜੀ ਮੁਸ਼ਕਲ ਆਉਣੀ ਸੀ। ਜੇਕਰ ਰਗੜ ਵੱਲ ਨਹੀਂ ਹੁੰਦਾ ਤਾਂ ਆਪਾਂ ਨੂੰ ਚੱਲਣ 'ਚ ਵੀ ਔਖਾ ਹੋਣਾ ਸੀ। ਦੇਖੋ ਹੁਣ ਜੇਕਰ ਕੋਈ ਜਿਵੇਂ ਮੀਂਹ ਪੈ ਰਿਹਾ, ਮੀਂਹ ਦਾ ਮੌਸਮ ਹੈਗਾ, ਤਾਂ ਮੀਂਹ ਦੇ ਮੌਸਮ 'ਚ ਕੀ ਹੈ, ਜਿੱਥੇ ਫਰਸ਼ ਗਿੱਲਾ ਜਾਂ ਮਾਰਬਲ ਦਾ ਗਿੱਲਾ ਫਰਸ਼ ਹੈ ਜਾਂ ਚਿੱਕੜ ਵਾਲੀ ਪਗਡੰਡੀ ਆ, ਉੱਥੇ ਚੱਲਣ 'ਚ ਬਹੁਤ ਦਿੱਕਤ ਹੁੰਦੀ, ਆਪਣਾ ਪੈਰ ਕੀ ਆ ਸਲਿੱਪ ਕਰਦਾ ਕਿਉਂਕਿ ਉੱਥੇ ਰਗੜ ਘਟ ਜਾਂਦੀ ਹੈ। ਜੇਕਰ ਪਾਣੀ ਨਹੀਂ ਡੁੱਲਿਆ ਹੁੰਦਾ ਜਾਂ ਰੇਤਾ ਵੱਧ ਹੁੰਦਾ ਤਾਂ ਉੱਥੇ ਕੀ ਸਲਿੱਪਰੀ ਫਰਸ਼ ਨਹੀਂ ਹੁੰਦਾ। ਹੁਣ ਤੁਸੀਂ ਫੋਟੋ ਦੇਖ ਰਹੇ ਹੋ ਮਾਚਿਸ ਦੀ ਤੀਲੀ। ਮਾਚਿਸ ਦੀ ਤੀਲੀ ਨੂੰ ਜਲਾਉਣ ਲਈ ਆਪਾਂ ਕੀ ਕਰਦੇ ਹਾਂ, ਤੀਲੀ ਕੱਢ ਕੇ ਮਾਚਿਸ ਦੀ ਡੱਬੀ ਦੇ ਬਾਹਰ ਵਾਲੇ ਹਿੱਸੇ 'ਤੇ ਆਪਾਂ ਨੂੰ ਰਗੜਦੇ ਹਾਂ। ਬਾਹਰ ਵਾਲੇ ਹਿੱਸੇ 'ਤੇ ਰਗੜਨ ਨਾਲ ਕੀ ਹੁੰਦਾ, ਮਾਚਿਸ ਦੀ ਤੀਲੀ ਤੇ ਜਿਹੜਾ ਬਾਹਰਲਾ ਹਿੱਸਾ 'ਤੇ ਕੀ ਰਗੜ ਪੈਦਾ ਹੁੰਦੀ ਹੈ। ਰਗੜ ਪੈਦਾ ਕਰਨ ਨਾਲ ਕੀ ਹੁੰਦਾ ਹੈਗਾ, ਉਹਨੂੰ ਜਿਹੜਾ ਐਗਨੀਸ਼ਨ ਟੈਂਪਰੇਚਰ ਮਿਲ ਜਾਂਦਾ ਹੈਗਾ, ਜਿਸ 'ਤੇ ਬਲਣਾ ਸ਼ੁਰੂ ਕਰਦੀ ਹੈ। ਉਹਦੇ ਨਾਲ ਕੀ ਹੁੰਦਾ ਹੈਗਾ, ਜਿਹੜੀ ਆਪਣੀ ਤੀਲੀ ਆ ਉਹ ਬਲਣਾ ਸ਼ੁਰੂ ਕਰ ਦਿੰਦੀ। ਜੇਕਰ ਰਗੜ ਬਲ ਨਾ ਹੁੰਦਾ ਤਾਂ ਇਹ ਕੀ ਹੈ ਸੰਭਵ ਨਹੀਂ ਸੀ। ਹੁਣ ਤੁਸੀਂ ਇੱਕ ਪਿਕਚਰ ਹੋਰ ਦੇਖ ਰਹੇ ਹੋ, ਜਿਸ ਵਿੱਚ ਕੀ ਇੱਕ ਲੜਕੀ ਹੈ ਜੋ ਕਿ ਆਪਣੇ ਹੱਥਾਂ ਨੂੰ ਕੀ ਹੈ ਲਗਾਤਾਰ ਕੀ ਆ ਰਗੜ ਰਹੀ ਹੈ। ਤੇ ਰਗੜ ਨਾਲ ਕੀ ਹੁੰਦਾ ਹੈਗਾ, ਜੋ ਲਗਾਤਾਰ ਰਗੜਦੀ ਹੈ ਤਾਂ ਰਗੜ ਨਾਲ ਕੀ ਹੁੰਦਾ, ਗਰਮੀ ਪੈਦਾ ਹੁੰਦੀ ਹੈ। ਹੁਣ ਇਹ ਗਰਮੀ ਕੀ ਹੈ ਆਪਣੇ ਲਈ ਫਾਇਦੇਮੰਦ ਹੈ ਇੱਥੇ, ਪਰ ਇਹ ਗਰਮੀ ਕਈ ਵਾਰ ਨੁਕਸਾਨਦੇਹ ਵੀ ਹੁੰਦੀ ਹੈ, ਉਹ ਆਪਾਂ ਅਗਲੀ ਸਲਾਈਡ ਵਿੱਚ ਡਿਸਕਸ ਕਰਾਂਗੇ। ਇਹਦੇ ਵਿੱਚ ਕੀ ਹੈ, ਜਦੋਂ ਆਪਾਂ ਨੂੰ ਮੰਨ ਲਓ ਠੰਡ ਲੱਗਦੀ ਹੈ ਤਾਂ ਆਪਾਂ ਆਪਦੇ ਦੋਨੇ ਹੱਥਾਂ ਨੂੰ ਜਦੋਂ ਰਗੜਦੇ ਹਾਂ ਤਾਂ ਉਹ ਕੀ ਆ ਗਰਮੀ ਪੈਦਾ ਕਰਦੀ ਹੈ। ਗਰਮੀ ਨਾਲ ਕੀ ਆਪਾਂ ਨੂੰ ਠੰਡ ਤੋਂ ਕੀ ਹੈ ਨਿਜਾਤ ਮਿਲ ਜਾਂਦੀ ਹੈ। ਇਹ ਸੀ ਰਗੜ ਦੇ ਆਪਾਂ ਨੂੰ ਫਾਇਦੇ, ਵੀ ਰਗੜ ਦੇ ਫਾਇਦੇ ਵੀ ਹੁੰਦੇ ਆ। ਕੀ ਫਾਇਦੇ ਹੁੰਦੇ ਆ, ਰਗੜ ਨਾਲ ਲਿਖਣਾ ਸੌਖਾ ਹੈਗਾ, ਕੰਨ 'ਤੇ ਮੇਖ ਲਾ ਸਕਦੇ ਹਾਂ, ਹੱਥਾਂ ਨੂੰ ਗਰਮ ਕਰ ਸਕਦੇ ਹਾਂ, ਮਾਚਿਸ ਦੀ ਤੀਲੀ ਯੂਜ਼ ਹੁੰਦੀ ਹੈ, ਆਪਾਂ ਨੂੰ ਤੁਰਨ ਵਿੱਚ ਆਸਾਨੀ ਹੋ ਰਹੀ ਹੈ। ਅਤੇ ਇਹਦੇ ਨਾਲ ਰਗੜ ਦੇ ਨੁਕਸਾਨ ਵੀ ਹੁੰਦੇ ਆ, ਰਗੜ ਦੇ ਕੁਛ ਹਾਨੀਕਾਰਕ ਪ੍ਰਭਾਵ ਵੀ ਆ। ਤੁਸੀਂ ਆਮ ਦੇਖਿਆ ਹੋਊਗਾ ਆਪਣੇ ਬੂਟਾਂ ਜਾਂ ਚੱਪਲਾਂ ਦੀਆਂ ਜਿਹੜੇ ਤਲੇ ਆ ਕੁਛ ਦੇਰ ਬਾਅਦ ਘਸ ਜਾਂਦੇ ਆ। ਇਹ ਘਸਣ ਦਾ ਕਾਰਨ ਵੀ ਕੀ ਹੈ, ਰਗੜ ਬਲ ਹੀ ਹੈ। ਇਸੇ ਤਰ੍ਹਾਂ ਮਸ਼ੀਨਾਂ ਦੇ ਪੁਰਜੇ ਘਸ ਜਾਂਦੇ ਆ, ਪੁਰਜੇ ਘਸ ਕੇ ਕੀ ਆ ਉਹ ਵੀ ਰਗੜ ਦੇ ਕਾਰਨ ਹੀ ਘਸਦੇ ਆ। ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ, ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਰਗੜ ਨਾਲ ਗਰਮੀ ਪੈਦਾ ਹੁੰਦੀ ਹੈ। ਜਦੋਂ ਆਪਾਂ ਹੱਥਾਂ ਨੂੰ ਰਗੜਦੇ ਹਾਂ ਤਾਂ ਆਪਾਂ ਨੂੰ ਗਰਮੀ ਠੰਡ ਤੋਂ ਨਿਜਾਤ ਪਾਉਂਦੀ ਹੈ, ਪਰ ਜਦੋਂ ਮਸ਼ੀਨਾਂ ਗਰਮ ਹੋ ਜਾਂਦੀਆਂ ਤਾਂ ਉਹਨਾਂ ਲਈ ਕੀ ਹੈ ਇਹ ਨੁਕਸਾਨਦੇਹ ਹੁੰਦਾ ਹੈਗਾ। ਨੁਕਸਾਨ ਨਾਲ ਕੀ ਹੋਊਗਾ, ਜਦੋਂ ਮਸ਼ੀਨਾਂ ਗਰਮ ਹੋਣਗੀਆਂ ਹੋ ਸਕਦਾ ਉਹ ਚੱਲਣੀਆਂ ਬੰਦ ਹੋ ਜਾਂਦੀਆਂ ਗਰਮ ਹੋ ਕੇ, ਜਾਂ ਉਹਨਾਂ ਦੇ ਪੁਰਜੇ ਵੀ ਘਸ ਜਾਂਦੇ ਆ। ਠੀਕ ਹੈ, ਹੋਰ ਸਭ ਤੋਂ ਵੱਡਾ ਨੁਕਸਾਨ ਕੀ ਹੈ, ਰਗੜ ਨਾਲ ਊਰਜਾ ਨਸ਼ਟ ਹੁੰਦੀ ਹੈ। ਰਗੜ ਨਾਲ ਕੀ ਹੁੰਦੀ ਹੈ, ਊਰਜਾ ਨਸ਼ਟ ਹੁੰਦੀ ਹੈ। ਜਿਹੜੀ ਊਰਜਾ ਨੂੰ ਆਪਾਂ ਕੰਮ ਲੈ ਸਕਦੇ ਸੀ ਉਹ ਕੀ ਹੈ, ਕੁਛ ਨਾ ਕੁਛ ਊਰਜਾ ਕੀ ਹੈ ਬਿਨਾਂ ਕੰਮ ਕੀਤੇ ਤੋਂ ਹੀ ਉਹ ਨਸ਼ਟ ਹੋ ਜਾਂਦੀ ਹੈ। ਇਹ ਸੀਗੇ ਆਪਾਂ ਨੂੰ ਰਗੜ ਦੇ ਆਪਾਂ ਹਾਨੀਕਾਰਕ ਪ੍ਰਭਾਵ ਦੇਖ ਰਹੇ ਹਾਂ। ਟਾਇਰਾਂ ਦੀਆਂ ਟਾਇਰ ਘਸ ਜਾਂਦੇ ਆ, ਗੱਡੀਆਂ ਦੇ ਸਾਈਕਲਾਂ ਦੇ ਟਾਇਰ ਘਸ ਜਾਂਦੇ ਆ। ਸਾਈਕਲਾਂ 'ਤੇ ਬ੍ਰੇਕਾਂ ਲੱਗੀਆਂ ਹੁੰਦੀਆਂ ਗੀਆਂ, ਬ੍ਰੇਕਾਂ ਕੀ ਆ ਆਪਾਂ ਨੂੰ ਰਗੜ ਵਧਾਉਂਦੇ ਆ ਆਪਾਂ, ਪਰ ਉਹ ਵੀ ਕੀ ਰਗੜ ਕਰਕੇ ਹੌਲੀ ਹੌਲੀ ਉਹ ਵੀ ਕੀ ਹੈ ਘਸ ਜਾਂਦੀਆਂ ਹਨ। ਤਾਂ ਇਹ ਸਾਰੇ ਕੀ ਸੀ ਰਗੜ ਦੇ ਆਪਣੇ ਕੋਲੇ ਨੁਕਸਾਨ ਸੀਗੇ, ਜੋ ਆਪਾਂ ਆਮ ਤੌਰ 'ਤੇ ਇੱਕੋ ਚੀਜ਼ ਨੂੰ ਵਾਰ-ਵਾਰ ਯੂਜ਼ ਕਰਦੇ ਹਾਂ। ਪੈਨਸਲਾਂ ਦੀਆਂ ਮਿਸਲ ਜਿਹੜੀ ਲੈਡ ਹੁੰਦਾ ਉਹ ਵੀ ਖਤਮ ਹੋ ਜਾਂਦਾ, ਉਹ ਵੀ ਰਗੜ ਕਰਕੇ ਖਤਮ ਹੋ ਜਾਂਦਾ ਹੈਗਾ। ਹੁਣ ਇਹ ਸੀ ਰਗੜ ਜਿੱਥੇ ਫਾਇਦੇਮੰਦ ਆ ਉੱਥੇ ਹਾਨੀਕਾਰਕ ਵੀ ਹੈ, ਪਰ ਆਪਾਂ ਰਗੜ ਨੂੰ ਆਪਦੀ ਮਰਜ਼ੀ ਦੇ ਅਨੁਸਾਰ ਘਟਾ ਜਾਂ ਵਧਾ ਵੀ ਸਕਦੇ ਹਾਂ। ਹੁਣ ਰਗੜ ਨੂੰ ਵਧਾਉਣ ਲਈ ਕੀ ਕਰਦੇ ਹਾਂ ਆਪਾਂ, ਜਿਹੜਾ ਕਿ ਰਗੜ ਆਪਾਂ ਜੁੱਤੀਆਂ ਦਾ ਤਲੇ ਹੁੰਦੇ ਆ ਉਹ ਕਹਿੰਦੇ ਝੀਰੀਦਾਰ ਹੁੰਦੇ ਆ, ਉਹਦੇ ਚਾਲੇ ਝੀਰੀਆਂ ਪਾਈਆਂ ਹੁੰਦੀਆਂ।
ਝਿਰੀਆਂ ਨਾਲ ਕੀ ਆ ਅਨਿਯਮਿਤਤਾ ਬਣਾਈ ਹੁੰਦੀ ਹੈ। ਜਿੰਨੀ ਅਨਿਯਮਿਤਤਾ ਵੱਧ ਬਣਾਵਾਂਗੇ ਉਨੀ ਰਗੜ ਵੱਲ ਵੱਧ ਜਾਊਗੀ। ਰਗੜ ਵੱਲ ਵੱਧ ਗਿਆ ਤਾਂ ਕੀ ਹੋਊਗਾ, ਚੱਲਣ ਵਿੱਚ ਆਪਾਂ ਨੂੰ ਆਸਾਨੀ ਹੋਊਗੀ। ਟਾਇਰਾਂ, ਜਿਹੜੇ ਟਾਇਰ ਯੂਜ਼ ਕਰਦੇ ਆ ਆਪਾਂ ਗੱਡੀਆਂ 'ਤੇ, ਮੋਟਰ ਗੱਡੀਆਂ 'ਤੇ, ਸਾਈਕਲਾਂ 'ਤੇ, ਖਿਡੌਣਾ ਕਾਰਾਂ 'ਤੇ, ਉਹ ਸਾਰੇ ਕੀ ਹੈ ਗੁੱਡੀਦਾਰ ਯਾਨੀ ਕਿ ਝਰੀਦਾਰ ਹੁੰਦੇ ਆ। ਤੁਹਾਡੇ ਸਾਹਮਣੇ ਦੇਖ ਰਹੇ ਆ, ਆਹ ਦੇਖੋ ਟਾਇਰਾਂ 'ਚ ਕੀ ਹੈ, ਉੱਚਾ ਨੀਵਾਂ ਥਾਂ ਬਣਾਇਆ ਹੋਇਆ, ਅਨਿਯਮਿਤਤਾ ਬਣਾਈ ਹੋਈ ਹੈ। ਇਹਦੇ ਨਾਲ ਕੀ ਅਨਿਯਮਿਤਤਾ ਹੋਣ ਨਾਲ ਕੀ ਆ, ਰਗੜ ਵੱਲ ਕੀ ਆ ਵੱਧ ਜਾਂਦਾ, ਜਿਸ ਕਰਕੇ ਕੀ ਆ ਚੱਲਣ ਵਿੱਚ ਜਾਂ ਬ੍ਰੇਕ ਲਾਉਣੇ ਆ ਜਾਂ ਆਪਾਂ ਉਹ ਆਸਾਨੀ ਹੁੰਦੀ ਆ। ਬ੍ਰੇਕਾਂ ਦੀ ਵਰਤੋਂ ਵੀ ਰਗੜ ਵਧਾਉਣੀ ਆ ਆਪਾਂ ਉਹਦੇ ਵਿੱਚ। ਜੇ ਬ੍ਰੇਕ ਨਾ ਲਾਈਏ ਤਾਂ ਗੱਡੀ ਰੁਕਣੀ ਨਹੀਂ ਗੀ, ਸਾਈਕਲ ਨਹੀਂ ਰੁਕ ਸਕਦਾ। ਉਹਦੇ ਵਿੱਚ ਕੀ ਆ, ਰਬੜ ਦੇ ਲਾਏ ਹੁੰਦੇ, ਰਬੜਾਂ ਲਾਈਆਂ ਹੁੰਦੀਆਂ, ਰਬੜ ਨਾਲ ਕੀ ਟੱਚ ਕਰਦਾ ਸਾਈਕਲ ਦਾ ਪਹੀਆ ਤਾਂ ਉਹ ਕੀ ਰਗੜ ਪੈਦਾ ਹੁੰਦੀ, ਜਿਸ ਕਰਕੇ ਉਹ ਰੁਕ ਜਾਂਦਾ ਹੈਗਾ। ਤੁਸੀਂ ਆਮ ਦੇਖਿਆ ਹੋਇਆ ਜਿਹੜੇ ਕਬੱਡੀ ਖਿਡਾਰੀ ਆ ਜਦੋਂ ਖੇਡਦੇ ਆ ਅਤੇ ਆਪਣੇ ਹੱਥਾਂ 'ਤੇ ਕੀ ਹੈ ਮਿੱਟੀ ਮਲਦੇ ਆ ਜਾਂ ਸਰੀਰ 'ਤੇ ਮਿੱਟੀ ਮਲ ਲੈਂਦੇ ਆ, ਅਤੇ ਉਹਦੇ ਨਾਲ ਕੀ ਹੈ ਹੱਥਾਂ 'ਤੇ ਮਿੱਟੀ ਮਲਣ ਦਾ ਕਾਰਨ ਕੀ ਹੈ, ਤਾਂ ਕਿ ਜਿਹੜਾ ਮਤਲਬ ਰੇਡ ਪਾਉਣਾ ਆ ਰਿਹਾ ਉਹਨੂੰ ਫੜਨਾ ਕੀ ਆਸਾਨ ਹੋਵੇ, ਉਹਦੇ ਹੱਥ ਨਾਲ ਸਲਿੱਪ ਨਾ ਕਰ। ਦੂਸਰੇ ਤੌਰ 'ਤੇ ਜਿਹੜੇ ਰੇਡਰ ਹੁੰਦੇ ਆ ਜਾਂ ਗੋਲ ਉਹ ਆਪਦੇ ਸਰੀਰ ਨੂੰ ਮੁਲਾਇਮ ਰੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਕੋਈ ਨੂੰ ਫੜ ਨਾ ਸਕੇ। ਜਿਮਨਾਸਟ ਕੀ ਕਰਦੇ ਆ, ਹੱਥਾਂ 'ਤੇ ਖੁਰਦਰਾ ਪਦਾਰਥ ਲਾਉਂਦੇ ਆ ਤਾਂ ਕਿ ਉਹ ਆਪਦੇ ਹੱਥਾਂ ਨੂੰ ਕੀ ਆਸਾਨੀ ਨਾਲ ਕਿਤੇ ਹੋਲਡ ਕਰ ਸਕਣ। ਕੈਰਮ ਬੋਰਡ ਤੁਸੀਂ ਆਮ ਖੇਡ 'ਤੇ ਦੇਖਿਆ ਹੋਵੇਗਾ, ਅਤੇ ਉਹ 'ਤੇ ਕੀ ਕਰਦੇ ਹੁੰਦੇ ਆ, ਉਹ 'ਤੇ ਆਪਾਂ ਪਾਉਣੇ ਪਾਊਡਰ ਪਾਉਣੇ ਆ। ਹੁਣ ਪਾਊਡਰ ਦਾ ਕੰਮ ਕੀ ਰਗੜ ਨੂੰ ਘਟਾਉਣਾ, ਪਾਊਡਰ ਦਾ ਕੰਮ ਕੀ ਰਗੜ ਨੂੰ ਘਟਾਉਣਾ। ਜਦੋਂ ਅਸੀਂ ਬਿਨਾਂ ਪਾਊਡਰ ਤੋਂ ਖੇਡਦੇ ਹਾਂ ਤਾਂ ਜਿਹੜਾ ਟਾਈਗਰ ਆ ਉਹਦਾ ਉਹ ਛੇਤੀ ਭੱਜਦਾ ਨਹੀਂ, ਜਾਣੀ ਕਿ ਉਨੀ ਆਪਾਂ ਜਿੰਨੀ ਉਹ 'ਤੇ ਬਲ ਲਾਉਂਦੇ ਹਾਂ ਉਨੇ ਨਾਲ ਕੰਮ ਨਹੀਂ ਕਰਦਾ। ਪਰ ਜਦੋਂ ਆਪਾਂ ਪਾਊਡਰ ਪਾ ਲੈਂਦੇ ਹਾਂ ਕੈਰਮ ਬੋਰਡ ਦੇ ਉੱਤੇ ਤਾਂ ਜਿਹੜਾ ਸਟਾਈਗਰ ਆ ਉਹ ਕੀ ਆਸਾਨੀ ਨਾਲ ਉਹ ਮੂਵ ਕਰਦਾ, ਭੱਜਿਆ ਜਾਂਦਾ ਹੈਗਾ। ਉਹਦੇ ਨਾਲ ਕਾਰਨ ਕੀ ਹੈ, ਜਿਹੜਾ ਕਿ ਪਾਊਡਰ ਪਾਉਣੇ ਜਿਹੜੀਆਂ ਅਨਿਯਮਿਤਤਾਵਾਂ ਹੁੰਦੀਆਂ ਇਹਨੂੰ ਪੂਰੀ ਤਰ੍ਹਾਂ ਭਰ ਦਿੰਦਾ। ਸਰਫੇਸ ਕੀ ਆ ਉਹ ਸਮੂਥ ਬਣਾ ਦਿੰਦਾ। ਸਰਫੇਸ ਸਮੂਥ ਹੋ ਗਿਆ ਤਾਂ ਰਗੜ ਕੀ ਆ ਘਟ ਜਾਂਦੀ ਹੈ। ਜੇ ਰਗੜ ਘਟ ਗਈ ਆ ਤਾਂ ਚੱਲਣ 'ਚ ਕੀ ਆ ਉਹਨੂੰ ਸਟਾਈਗਰ ਨੂੰ ਕੀ ਆਸਾਨੀ ਹੁੰਦੀ ਹੈ। ਤੇਲ ਦੀ ਵਰਤੋਂ ਵੀ ਕੀ ਹੈ, ਆਪਾਂ ਤੇਲ ਪਾਉਣੇ ਅਤੇ ਜਿਹੜੀਆਂ ਅਨਿਯਮਿਤਤਾਵਾਂ ਭਰ ਜਾਂਦੀਆਂ ਹੈਗੀਆਂ। ਆਮ ਤੌਰ 'ਤੇ ਤੁਸੀਂ ਦੇਖਿਆ ਹੋਊਗਾ ਜਦੋਂ ਸਾਈਕਲਾਂ ਦੇ ਵਿੱਚ ਜਾਂ ਕਿਸੇ ਚੀਜ਼ 'ਚ ਆਵਾਜ਼ ਪੈਦਾ ਕਰਦੀ ਹੈ, ਰਗੜ ਵੱਧ ਜਾਂਦੀ ਹੈ ਤਾਂ ਉੱਥੇ ਕੀ ਕਰਦੇ ਹਾਂ ਆਪਾਂ ਤੇਲ ਦੀ ਵਰਤੋਂ ਕਰਦੇ ਹਾਂ। ਕਈ ਵਾਰ ਅਸੀਂ ਆਪਣੇ ਘਰ ਦਾ ਕੁੰਡਾ ਲਾਉਂਦੇ ਤਾਂ ਚੀਂ ਚੀਂ ਦੀ ਆਵਾਜ਼ ਕਰਦਾ, ਫਿਰ ਤੁਸੀਂ ਕਰਦੇ ਉੱਥੇ ਤੇਲ ਲਾ ਦਿੰਦੇ ਹੋ, ਉਹਦੇ ਨਾਲ ਆਵਾਜ਼ ਘੱਟ ਜਾਂਦੀ ਹੈ। ਕਿਉਂ ਘੱਟਦੀ, ਕੋਈ ਰਗੜ ਘੱਟ ਗਈ ਹੈ। ਰਗੜ ਕਿਉਂ ਘੱਟ ਗਈ, ਕਿਉਂਕਿ ਜਿਹੜੇ ਉਹ 'ਚ ਅਨਿਯਮਿਤਤਾਵਾਂ ਹੈਗੀਆਂ ਉਹ ਕੀ ਆਪਾਂ ਬੰਦ ਕਰ ਦਿੱਤੀਆਂ ਗਈਆਂ। ਇਸੇ ਤਰ੍ਹਾਂ ਆਪਾਂ ਗਰੀਸ ਲਾਉਂਦੇ ਹਾਂ। ਜਦੋਂ ਗਰੀਸ ਦਾ ਕੰਮ ਕੀ ਹੈ, ਜਿਹੜੇ ਮਸ਼ੀਨਾਂ ਜਿਹੜੇ ਗਤੀਸ਼ੀਲ ਪਾਰਟ ਹੁੰਦੇ ਆ ਉਹਨਾਂ ਵਿੱਚ ਆਪਾਂ ਕੀ ਆ ਰਗੜ ਨੂੰ ਘਟਾ ਦਿੰਦੇ ਹਾਂ। ਉਪਰੋਕਤ ਸਾਰੀਆਂ ਜਿਹੜੀਆਂ ਹੈਗੀਆਂ ਕੰਮ ਕਰਨ ਨਾਲ, ਇਹਦੇ ਨਾਲ ਕੀ ਆ ਜਿਹੜੀ ਮਸ਼ੀਨ ਆ ਉਹਦੀ ਕੀ ਆ ਕੰਮ ਕਰਨ ਦੀ ਕੀ ਆ ਗੁਣਵੱਤਾ ਕੀ ਆ ਵੱਧ ਜਾਂਦੀ ਆ, ਅਤੇ ਵਧਣ ਨਾਲ ਕੀ ਹੋ ਜਾਂਦਾ ਹੈਗਾ ਆਪਣਾ ਕੰਮ ਕਰਨਾ ਆਸਾਨੀ ਹੋ ਜਾਂਦੀ ਹੈ। ਇਸ ਤੋਂ ਬਿਨਾਂ ਰਗੜ ਨੂੰ ਘਟਾਉਣ ਲਈ ਆਪਾਂ ਵਰਤੋਂ ਕਰਦੇ ਹਾਂ ਪਹੀਆਂ ਦੀ ਵਰਤੋਂ। ਅਟੈਚੀ ਕੇਸ ਤੁਸੀਂ ਦੇਖਿਆ ਜਾਂ ਭਾਰੇ ਸਮਾਨ ਨੂੰ ਢੋਣ ਲਈ ਕੀ ਹੈ, ਛੋਟਾ ਬੱਚਾ ਵੀ ਉਹਨੂੰ ਜੇ ਥੱਲੇ ਟਾਇਰ ਲੱਗੇ ਹੋਏ ਆ ਤਾਂ ਛੋਟਾ ਬੱਚਾ ਇਸਨੂੰ ਆਸਾਨੀ ਨਾਲ ਕੀ ਰੋੜ ਸਕਦਾ। ਕਿਉਂ ਰੋੜ ਸਕਦਾ, ਕਿਉਂਕਿ ਰਗੜ ਡਿਪੈਂਡ ਕਰਦੀ ਹੈ ਕਿੰਨਾ ਸਰਫੇਸ ਕਿੰਨੀ ਮਾਤਰਾ ਕੀ ਹੈ, ਕਿੰਨਾ ਸਰਫੇਸ ਕੀ ਹੈ ਟੱਚ ਕਰ ਰਿਹਾ। ਹੁਣ ਜੇ ਸਰਫੇਸ ਘੱਟ ਟੱਚ ਕਰ ਰਿਹਾ ਹੈਗਾ ਤਾਂ ਉਨਾ ਕੀ ਹੈ ਰਗੜ ਘੱਟ ਜਾਂਦੀ ਹੈ। ਤਾਂ ਹੀ ਕੀ ਹੈ ਭਾਰੀ ਵਾਹਨਾਂ ਦੇ ਕੀ ਕੀਤਾ ਜਾਂਦਾ, ਥੱਲੇ ਪਹੀਏ ਲਾਏ ਜਾਂਦੇ ਆ ਤਾਂ ਕਿ ਉਹਨੂੰ ਰੋੜਨ ਵਿੱਚ ਕੀ ਆਸਾਨੀ ਹੋਵੇ। ਜੇ ਆਪਾਂ ਕਾਰ ਰੋੜਨੀ, ਮੰਨ ਲਓ ਕਾਰ ਦੇ ਚਾਰੇ ਟਾਇਰ ਲਾ ਦਿਓ, ਫਿਰ ਉਹਨੂੰ ਧੱਕਾ ਲਾਓ, ਧੱਕਾ ਲਾ ਕੇ ਰੋੜਨੀ ਨਹੀਂ ਹੈਗੀ। ਹੁਣ ਚਾਰੇ ਟਾਇਰ ਲਾ ਕੇ ਧੱਕਾ ਲਾਉਣੇ ਤਾਂ ਸਿੰਗਲ ਬੰਦਾ ਹੀ ਰੋੜ ਸਕਦਾ ਹੈਗਾ। ਇਸ ਤਰ੍ਹਾਂ ਤੁਸੀਂ ਆਹ ਐਗਜ਼ਾਮਪਲ ਉੱਪਰ ਕਿਤਾਬ ਵਾਲੇ ਦੇਖ ਸਕਦੇ ਹੋ। ਕਿਤਾਬ ਨੂੰ ਪਹਿਲਾਂ ਤੁਸੀਂ ਸਿੰਪਲ ਰੋੜ ਕੇ ਦੇਖੋ, ਧੱਕਾ ਲਾ ਕੇ ਦੇਖੋ ਕਿੰਨੀ ਦੂਰ ਜਾਂਦੀ ਹੈ, ਫਿਰ ਉਹਦੇ ਥੱਲੇ ਕੀ ਆ ਤੁਸੀਂ ਪੈਨਸਲਾਂ ਲਗਾ ਦਿਓ। ਹੁਣ ਇੱਥੇ ਪੈਨਸਲਾਂ ਕੀ ਕਰ ਰਹੀਆਂ, ਰੋਲਰ ਦਾ ਕੰਮ ਕਰ ਰਹੀਆਂ, ਇੱਥੇ ਪੈਨਸਲਾਂ ਕਰ ਰਹੀਆਂ ਟਾਇਰਾਂ ਦਾ ਕੰਮ ਕਰ ਰਹੀਆਂ ਹੈਗੀਆਂ। ਅਤੇ ਇਹਦੇ ਨਾਲ ਕੀ ਜਦੋਂ ਤੁਸੀਂ ਇਹਨੂੰ ਧੱਕਾ ਲਾਓਗੇ ਤਾਂ ਇਹ ਕਿਹੜੀ ਗਤੀ ਹੋਊਗੀ, ਵੇਲਣੀ ਗਤੀ ਹੋਊਗੀ। ਇਹ ਪੈਨਸਲਾਂ ਦੀ ਗਤੀ ਕੀ ਹੋਊਗੀ, ਵੇਲਣੀ ਗਤੀ ਹੋਊਗੀ। ਅਤੇ ਵੇਲਣੀ ਗਤੀ 'ਚ ਕੀ ਰਗੜ ਬਹੁਤ ਘੱਟ ਜਾਂਦੀ ਹੈ ਅਤੇ ਇਸ ਨੂੰ ਆਪਾਂ ਦੂਰ ਤੱਕ ਕੀ ਆ ਖਿੱਚ ਕੇ ਲਿਜਾ ਸਕਦੇ ਹਾਂ। ਤਾਂ ਹੀ ਤਾਂ ਜਿਹੜੇ ਵੱਡੇ ਵਾਹਨ ਹੈਗੇ ਆ ਉਹਨਾਂ 'ਤੇ ਕੀ ਹੈ ਟਾਇਰਾਂ ਦੀ ਵਰਤੋਂ ਵੱਧ ਕੀਤੀ ਹੁੰਦੀ ਹੈ ਤਾਂ ਕਿ ਉਹਦਾ ਕੰਟੈਕਟ ਕੀ ਹੈ ਘੱਟ ਜਾਏ। ਹੁਣ ਜੇਕਰ ਅਟੈਚੀ ਨੂੰ ਰੋੜਨਾ ਹੋਵੇ, ਪੂਰਾ ਰੋੜਨਾ ਹੋਵੇ ਤਾਂ ਪੂਰਾ ਥੱਲਾ ਭਾਗ ਇਹਦੇ ਟੱਚ 'ਚ ਰਹੂਗਾ। ਜੇ ਥੱਲਾ ਭਾਗ ਟੱਚ ਰਿਹਾ ਤਾਂ ਜਿਹੜਾ ਬਲ ਆ ਜਿਹੜੀਆਂ ਅਨਿਯਮਿਤਤਾਵਾਂ ਸਾਰੇ ਕੀ ਹੈ ਖੁੱਭ ਜਾਣਗੀਆਂ। ਹੁਣ ਕੀ ਇਹ ਸਾਰਾ ਕਿੱਥੇ ਕੰਮ ਟੱਚ ਤਾਂ ਕਿਹੜੀ ਕਰ ਰਹੀ ਹੈ, ਬਿਲਕੁਲ ਥੱਲੇ ਨਿੱਕੀ ਸਤ੍ਹਾ ਟੱਚ ਕਰ ਰਹੀ ਹੈ। ਜਿੰਨੀ ਸਤ੍ਹਾ ਦੀ ਕੰਟੈਕਟ ਘੱਟ ਹੈ ਓਨਾ ਕੀ ਹੈ ਰਗੜ ਵੱਲ ਘੱਟ ਹੁੰਦਾ ਹੈਗਾ। ਤਾਂ ਰਗੜ ਵੱਲ ਨੂੰ ਘਟਾਉਣ ਲਈ ਫਿਰ ਆਪਾਂ ਕੀ ਕਰ ਸਕਦੇ ਹਾਂ, ਅਲੱਗ-ਅਲੱਗ ਕਿਸਮ ਦੇ ਆਪਾਂ ਕੀ ਕਰ ਸਕਦੇ ਹਾਂ, ਉਹਨੂੰ ਆਪਾਂ ਪਹੀਏ ਦੀ ਵਰਤੋਂ ਕਰ ਸਕਦੇ ਹਾਂ, ਰੋਲਰ ਦੀ ਵਰਤੋਂ ਕਰ ਸਕਦੇ ਹਾਂ। ਅਤੇ ਇਹਦੇ ਨਾਲ ਜਿਹੜੇ ਹੈਗੇ ਆ ਬਾਲ ਬੇਰਿੰਗ ਦੀ ਵਰਤੋਂ ਵੀ ਰਗੜ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ।
ਤਾਂ ਰਗੜ ਨੂੰ ਆਪਾਂ ਆਪਦੀ ਮਰਜ਼ੀ ਨਾਲ, ਤੁਸੀਂ ਦੇਖਿਆ ਹੋ ਰਗੜ ਨੂੰ ਆਪਾਂ ਮਰਜ਼ੀ ਨਾਲ ਵਧਾ ਸਕਦੇ ਹਾਂ, ਘਟਾ ਸਕਦੇ ਹਾਂ। ਤੇ ਜਿਹੜੀ ਰਗੜ ਆ, ਰਗੜ ਕੀ ਹੈ, ਫਾਇਦੇਮੰਦ ਵੀ ਹੈ ਤੇ ਨੁਕਸਾਨਦੇਹ ਵੀ ਹੈ। ਤਾਂ ਇਸ ਦੇ ਵਿੱਚ ਆਪਾਂ ਇਹ ਸਿੱਖਿਆ ਵੀ ਇਹ ਰਗੜ ਕੀ ਹੁੰਦੀ ਹੈ, ਇਹਦੇ ਆਪਾਂ ਨੂੰ ਕੀ ਫਾਇਦੇ ਹੈ, ਕੀ ਨੁਕਸਾਨ ਹੈ, ਇਹਨੂੰ ਆਪਾਂ ਕਿਵੇਂ ਮਾਪ ਸਕਦੇ ਹਾਂ, ਤਾਂ ਕਿਹੜੇ ਕਿਹੜੇ ਕਾਰਨਾਂ ਵਿੱਚ ਆਪਾਂ ਨੂੰ ਰਗੜ ਫਾਇਦੇਮੰਦ ਹੈ, ਕਿਹੜੇ ਕਿਹੜੇ ਹਾਲਾਤਾਂ 'ਚ ਰਗੜ ਆਪਾਂ ਨੂੰ ਨੁਕਸਾਨਦੇਹ ਹੈ, ਰਗੜ ਨੂੰ ਘਟਾਉਣ ਲਈ ਆਪਾਂ ਕੀ ਕਰ ਸਕਦੇ ਹਾਂ, ਤੇ ਰਗੜ ਨੂੰ ਵਧਾਉਣ ਲਈ ਆਪਾਂ ਕੀ ਕਰ ਸਕਦੇ ਹਾਂ। ਇਹ ਆਪਾਂ ਸਾਰੇ ਹੀ ਤਰੀਕੇ ਅੱਜ ਦੇ ਲੈਸਨ ਵਿੱਚ ਆਪਾਂ ਸਿੱਖੇ ਹਨ। ਤੇ ਇਹਦੇ ਮੁਤਾਬਕ ਜੋ ਆਪਾਂ ਸਿੱਖਿਆ ਹੈ, ਤੁਹਾਡੀ ਬੈਕ ਐਕਸਰਸਾਈਜ਼ ਵਿੱਚ ਜਿੰਨੇ ਵੀ ਕੁਐਸਚਨ ਹੋਣਗੇ ਤੁਸੀਂ ਉਹਨਾਂ ਨੂੰ ਹੱਲ ਕਰਨ ਦੀ ਕੀ ਹੈ, ਕੋਸ਼ਿਸ਼ ਕਰਨੀ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਹੀ ਕੁਐਸਚਨ ਬੜੀ ਹੀ ਆਸਾਨੀ ਨਾਲ ਹੀ ਹੱਲ ਕਰ ਲਓਗੇ। ਤਾਂ ਰਗੜ ਕੀ ਹੈ, ਇੱਕ ਨੈਸੈਸਰੀ ਈਵਲ ਹੈ। ਮਤਲਬ ਰਗੜ ਕੀ ਹੈ, ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਪਾਰਟ ਰਗੜ ਦਾ। ਰਗੜ ਤੋਂ ਬਿਨਾਂ ਬਹੁਤੇ ਕੰਮ ਨਹੀਂ ਹੋ ਸਕਦੇ। ਪਰ ਇਹ ਵੀ ਸਮਝਣਾ ਜ਼ਰੂਰੀ ਹੈ ਵੀ ਰਗੜ ਕੀ ਹੈ, ਨੁਕਸਾਨਦੇਹ ਵੀ ਹੈ। ਕੋਈ ਵੀ ਚੀਜ਼ ਆ ਜਿੱਥੇ ਉਹਦੇ ਫਾਇਦੇ ਹੁੰਦੇ ਆ, ਉੱਥੇ ਕੁਛ ਨਾ ਕੁਛ ਕੀ ਆ, ਨੁਕਸਾਨ ਵੀ ਹੁੰਦੇ ਆ। ਤਾਂ ਆਪਾਂ ਇਹ ਰਗੜ ਨੂੰ ਆਮ ਜ਼ਿੰਦਗੀ ਵਿੱਚ ਜੋ ਅਸੀਂ ਕੋਈ ਵੀ ਕੰਮ ਕਰਨਾ, ਉੱਥੇ ਇਹ ਕੰਸੈਪਟ ਨੂੰ ਉਹਦੇ ਮਨ ਵਿੱਚ ਵਸਾ ਕੇ ਇਹ ਦੇਖਣਾ ਵੀ ਇੱਥੇ ਰਗੜ ਲੱਗ ਰਹੀ ਹੈ, ਰਗੜ ਘੱਟ ਲੱਗ ਰਹੀ ਹੈ, ਰਗੜ ਵੱਧ ਲੱਗ ਰਹੀ ਹੈ, ਰਗੜ ਸਥਿਤਕ ਲੱਗ ਰਹੀ ਹੈ ਜਾਂ ਸਰਕਨਸ਼ੀਲ ਰਗੜ ਲੱਗ ਰਹੀ ਹੈ, ਇੱਥੇ ਪਹੀਆਂ ਦੀ ਵਰਤੋਂ ਕੀਤੀ ਗਈ ਹੈ, ਇਹ ਕਿਉਂ ਕੀਤੀ ਗਈ ਹੈ। ਅਤੇ ਥੋੜ੍ਹੀ ਤੁਸੀਂ ਦੇਖੋਗੇ ਤਾਂ ਤੁਹਾਨੂੰ ਸਮਝਣ ਵਿੱਚ ਆਸਾਨੀ ਹੋਵੇਗੀ ਵੀ ਇਹ ਆਪਾਂ ਨੂੰ ਕਿੱਥੇ ਕਿੱਥੇ ਫਾਇਦੇਮੰਦ ਹੈ ਅਤੇ ਕੀ ਕੀ ਇਹਦੇ ਆਪਾਂ ਨੂੰ ਨੁਕਸਾਨ ਹੈਗੇ ਆ। ਹੁਣ ਤੁਸੀਂ ਸਾਰੀਆਂ ਜੋ ਆਪਾਂ ਕਿਰਿਆਵਾਂ ਅੱਜ ਕੀਤੀਆਂ ਗਈਆਂ, ਇਹ ਸਾਰੀਆਂ ਕਿਰਿਆਵਾਂ ਆਪਾਂ ਆਪਦੇ ਘਰ ਵਿੱਚ ਵੀ ਕਰ ਸਕਦੇ ਹਾਂ। ਤਾਂ ਤੁਸੀਂ ਸਾਰੀਆਂ ਹੀ ਕਿਰਿਆਵਾਂ ਘਰ ਵਿੱਚ ਕਰਕੇ ਦੇਖਣੀਆਂ, ਤੁਸੀਂ ਆਪ ਹੀ ਅਨੁਭਵ ਕਰ ਲਓਗੇ ਵੀ ਰਗੜ ਸਤਹ 'ਤੇ ਕਿਵੇਂ ਡਿਪੈਂਡ ਕਰਦੀ ਹੈ। ਉਮੀਦ ਹੈ ਤੁਸੀਂ ਬਹੁਤ ਹੀ ਧਿਆਨ ਨਾਲ ਇਹ ਚੈਪਟਰ ਸੁਣਿਆ ਹੋਵੇਗਾ ਅਤੇ ਤੁਹਾਨੂੰ ਸਾਰਾ ਕੁਝ ਸਮਝ ਆਇਆ ਹੋਵੇਗਾ। ਤਾਂ ਮੈਨੂੰ ਦਿਓ ਇਜਾਜ਼ਤ। ਧੰਨਵਾਦ।